ਕਿ ਤੁਸੀਂ ਜਦੋਂ ਕਮਾਈ ਕਰ ਰਹੇ ਹੋ ਤੁਹਾਡੇ ਉੱਤੇ ਵੀ ਟੈਕਸ, ਜਦੋਂ ਤੁਸੀਂ ਖਰਚਾ ਕਰ ਰਹੇ ਹੋ ਜੀ ਉਹ 'ਤੇ ਵੀ ਟੈਕਸ, ਜਦੋਂ ਕੋਈ ਚੀਜ਼ ਤੁਸੀਂ ਪ੍ਰੋਡਿਊਸ ਕਰ ਰਹੇ ਹੋ ਬਣਾ ਰਹੇ ਹੋ ਉਹ 'ਤੇ ਵੀ ਟੈਕਸ, ਜਦੋਂ ਉਹ ਵੇਚ ਰਹੇ ਹੋ ਉਹ 'ਤੇ ਵੀ ਟੈਕਸ, ਜੀ ਪੈਰ ਤੇ ਟੈਕਸ ਹੈ। ਫਿਰ ਤੁਸੀਂ ਘਰ 'ਚ ਜਿੱਥੇ ਰਹਿ ਰਹੇ ਹੋ ਉਹ 'ਚ ਵੀ ਟੈਕਸ ਹੈ। ਜੀ ਸੋ ਇਹ ਜਿਹੜਾ ਡਬਲ ਟ੍ਰਿਪਲ ਪਤਾ ਨਹੀਂ ਕਿੰਨੀਆਂ ਲੇਅਰਸ ਹੋ ਗਈਆਂ ਟੈਕਸਿਸ ਦੀਆਂ। ਜੀ ਇਹ ਵੀ ਇਹਦਾ ਇਹ ਕੀ ਆਰਗੂਮੈਂਟ ਹੈ? ਥੋੜ੍ਹਾ ਜਿਹਾ ਕਈ ਵਾਰ ਲੋਕਾਂ ਨੂੰ ਇਸ ਗੱਲ 'ਤੇ ਵੀ ਸਵਾਲ ਉੱਠਦਾ ਵੀ ਇਹ ਕਿਉਂ ਇੱਦਾਂ। ਇੱਕ ਪਾਸੇ ਬੰਦੇ ਟੈਕਸ ਵੀ ਚੋਰੀ ਕਰ ਰਹੇ ਨੇ, ਬੈਨੀਫਿਟ ਵੀ ਪੂਰੇ ਲੈ ਰਹੇ ਨੇ, ਉਹਨਾਂ ਨੇ ਪੂਰਾ ਇੱਕ ਇੰਡਸਟਰੀ ਬਣਾ ਲਿਆ ਇਹਨੂੰ ਜੀ ਕਿ ਇਹਦੇ ਨਾਲ ਜਿਹੜੇ ਟੈਕਸ ਪੇਇੰਗ ਓਨੈਸਟ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਲੱਗਦਾ ਵੀ ਇਹ ਉਹਨਾਂ ਨਾਲ ਇਨਜਸਟਿਸ ਹੈ। ਅਤੇ ਇੱਕ ਜਿਹੜੀ ਕਾਮਨ ਸਾਡੀ ਕਮਿਊਨਿਟੀ 'ਚ ਇੱਕ ਪਰਸੈਪਸ਼ਨ ਹੈ ਹੁਣ ਕਿ ਜਿਹੜੇ ਕੰਮ ਜੋਬਸ ਕਰਨ ਵਾਲੇ ਬੰਦੇ ਨੇ ਜੀ ਵੀ ਉਹ ਹਰ ਪਾਸਿਓਂ ਘਾਟੇ 'ਚ ਨੇ, ਉਹਨਾਂ ਦਾ ਕੁਛ ਬਣਦਾ ਨਹੀਂ ਹੈ। ਅਤੇ ਇਸ ਕੰਟਰੀ ਦਾ ਜਿਹੜਾ ਸਾਰਾ ਸਿਸਟਮ ਹੈ ਉਹ ਸਪੋਰਟ ਹੀ ਉਹਨਾਂ ਨੂੰ ਕਰਦਾ ਜਿਹੜੇ ਮਾੜੇ ਮੋਟੇ ਕੋਈ ਟੈਕਸ ਚੋਰੀ ਕਰ ਸਕਦੇ ਨੇ ਸੈਲਫ ਇੰਪਲੋਇਡ ਦੇ ਰੂਪ 'ਚ ਜਾਂ ਬਿਜ਼ਨਸ ਦੇ ਰੂਪ 'ਚ। ਜੀ ਕਿਉਂਕਿ ਤੁਸੀਂ ਇੱਕ ਇੰਪਲੋਈ ਦੇ ਤੌਰ 'ਤੇ ਉਹਨਾਂ ਟੈਕਸ ਨਹੀਂ ਚੋਰੀ ਕਰ ਸਕਦੇ, ਇਨਕਮ ਤੁਹਾਡੀ ਉਹੀ ਰਹਿਣੀ ਹੈ, ਜੀ ਗਰੋਥ ਇਨਕਮ ਦੀ ਉਹ ਵੀ ਲਿਮਿਟਡ ਰਹਿਣੀ ਹੈ। ਜੀ ਤੇ ਇਸ ਕਰਕੇ ਜੇ ਇਸ ਕੰਟਰੀ 'ਚ ਬਚਣਾ ਹੈ ਤਾਂ ਤੁਹਾਨੂੰ ਜਾਂ ਤਾਂ ਸੈਲਫ ਇੰਪਲੋਇਡ ਉਹਦੇ 'ਚ ਜਾਣਾ ਪਊਗਾ ਜਾਂ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰੋ। ਔਰ ਜਿਹੜੇ ਬੰਦੇ ਸੈਲਫ ਇੰਪਲੋਇਡ ਟਰੱਕ ਡਰਾਈਵਰ ਨੇ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਵਿਚਾਰੇ ਨੂੰ ਵੀ 4-4 ਦਿਨ ਤਾਂ ਲੋਡ ਹੀ ਨਹੀਂ ਮਿਲਦਾ ਉਹਨਾਂ ਨੂੰ। ਜਿਹੜਾ ਇੰਪਲੋਈ ਉਹਨੂੰ ਤਾਂ ਪੱਕੀ ਤਨਖਾਹ ਮਿਲਣੀ ਹੈ, ਜੇ ਕੰਪਨੀ ਆਏ ਲੇ ਆਫ ਦੇ ਦੇਗੀ ਤਾਂ ਵੀ ਉਹਨੂੰ 8-9 ਮਹੀਨੇ ਤਨਖਾਹ ਮਿਲਣੀ ਹੈ। ਲੇਕਿਨ ਜਿਹੜਾ ਵਿਚਾਰੇ ਨੇ ਟਰੱਕ ਆਪਣਾ ਰਿਸਕ ਲੈ ਕੇ ਪਾਇਆ, ਰਾਤ ਦੀ ਨੀਂਦ ਗਵਾਈ ਹੋਈ ਆ, ਉਹਨੂੰ ਪਤਾ ਹੀ ਨਹੀਂ ਕੱਲ੍ਹ ਨੂੰ ਲੋਡ ਮਿਲਣਾ ਕਿ ਨਹੀਂ ਮਿਲਣਾ, ਟਰੱਕ ਦੀ ਕਿਸ਼ਤ ਵੀ ਜਾਣੀ ਆ, ਘਰ ਦੀ ਕਿਸ਼ਤ ਵੀ ਜਾਣੀ ਆ, ਤਾਂ ਉਹਨੂੰ ਸਟ੍ਰੈਸ ਪੁੱਛ ਕੇ ਦੇਖੋ ਤਾਂ ਦੋਨੋਂ ਚੀਜ਼ਾਂ ਅਲੱਗ-ਅਲੱਗ ਨੇ ਸਰ। ਗੁਰਪਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਸ਼ਮੀਲ ਜੀ, ਆਪ ਜੀ ਨੂੰ ਵੀ ਔਰ ਰੈੱਡ ਐਫਐਮ ਦੇ ਸਾਰੇ ਸਰੋਤਿਆਂ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ। ਸੁਣਨ ਵਾਲੇ ਕਹਿੰਦੇ ਨੇ ਜਦੋਂ ਸੁਰਿੰਦਰਪਾਲ ਜੀ ਆਉਂਦੇ ਨੇ ਨਵੀਂ ਐਨਰਜੀ ਲੈ ਕੇ ਆਉਂਦੇ ਆ ਸਵੇਰੇ। Sir, you are the source of energy. Basically, you come here early morning and early morning talk show karna, you need a full of energy. ਬਸ ਜੀ ਦੁਆਵਾਂ ਨੇ, ਜਿਹੜੇ ਦੋਸਤਾਂ ਦੀ ਮੈਂ ਨਾਮ ਪੜ੍ਹਦਾ ਜੀ, ਇਹਨਾਂ ਦੇ ਨਾਵਾਂ ਨਾਲ ਮੈਨੂੰ એનર્ਜੀ ਮਿਲ ਜਾਂਦੀ ਹੈ। ਜੀ ਜੀ ਜੀ। ਤੇ ਸ਼ੁਰੂ ਕਰਦੇ ਹਾਂ ਆਪਾਂ ਮਾਰਕੀਟ ਦਾ ਕੀ ਹਾਲਤ ਹੈ। Shamil ji, market, the Toronto Stock Index has been down for last 4 or 5 days, you can say consecutively. ਉਹਦੀ ਵਜ੍ਹਾ ਹੈਗੀ ਆਇਲ ਜੀ। ਆਇਲ ਇਜ਼ ਆਲਸੋ ਵੈਰੀ ਬਿਗ ਇੰਡੀਕੇਟਰ ਆਫ ਦੀ ਇਕਨੋਮਿਕ ਐਕਟੀਵਿਟੀ। ਔਰ ਆਇਲ ਜਿਹੜਾ ਪਿਛਲੇ ਹਫਤੇ $72 ਪਰ ਬੈਰਲ ਸੀਗਾ, ਇਸ ਹਫਤੇ $68 ਪਰ ਬੈਰਲ ਹੈ। ਆਇਲ ਦੀ ਸਪਿਰਿਟ ਨੂੰ ਡੈਂਪਨ ਕੀਤਾ ਹੈ ਕਿ ਇਸ ਹਫਤੇ ਜਦੋਂ ਅਮਰੀਕਾ 'ਚ ਫੈਡਰਲ ਰਿਜ਼ਰਵ ਚੇਅਰਪਰਸਨ ਦੀ ਇੱਕ ਮਤਲਬ ਕਹਿ ਲਓ ਕਿ ਕਮੇਟੀ ਦੇ ਸਾਹਮਣੇ ਉਹਨੇ 2 ਦਿਨ ਦੀ ਪ੍ਰੈਜੈਂਟੇਸ਼ਨ ਦੇਣੀ ਹੁੰਦੀ ਹੈ ਲਾਅ ਮੇਕਰਸ ਦੇ ਅੱਗੇ। ਉਹਦੇ 'ਚ ਉਹਨੇ ਦੁਹਰਾਇਆ ਆ ਵੀ ਅਸੀਂ ਇਸ ਸਾਲ ਹੋ ਸਕਦਾ 2 ਵਾਰੀ ਜਾਂ ਉਸ ਤੋਂ ਵੱਧ ਵੀ ਇੰਟਰਸਟ ਵਧਾ ਸਕਦੇ ਹਾਂ। ਔਰ ਇੰਟਰਸਟ ਵਧਾਉਣ ਦੀ ਰਫਤਾਰ ਲਗਾਤਾਰ ਡਿਫਰੈਂਟ ਕੰਟਰੀਜ਼ 'ਚ ਹੈਗੀ ਆ। ਇੰਗਲੈਂਡ ਨੇ, ਤੁਸੀਂ ਤਾਂ ਇੱਥੇ ਦੀ ਕਹਿ ਰਹੇ ਵੀ ਸਾਡੇ ਇੱਥੇ ਬੈਂਕ ਆਫ ਕੈਨੇਡਾ ਨੇ 10 ਜਾਂ 11 ਵਾਰੀ ਇੰਟਰਸਟ ਵਧਾਇਆ, 14 ਵਾਰੀ ਵਧਾ ਚੁੱਕੇ ਆ ਜੀ। ਔਰ ਟਰਕੀ ਨੇ ਇਸ ਹਫਤੇ 650 ਬੇਸਿਸ ਪੁਆਇੰਟ ਇੱਕ ਦਿਨ 'ਚ ਵਧਾਇਆ ਜੀ। 650 ਬੇਸਿਸ ਪੁਆਇੰਟ ਇੱਕ ਦਿਨ 'ਚ ਵਧਾਇਆ ਇੰਟਰਸਟ ਰੇਟ ਟਰਕੀ ਨੇ। ਅਤੇ ਇਸ ਕਰਕੇ ਜਿਹੜੀ ਹੈ ਇਹ ਮਤਲਬ ਗੱਲ ਕਾਬੂ 'ਚ ਨਹੀਂ ਆ ਰਹੀ, ਫਿਰ ਵੀ ਕਾਬੂ 'ਚ ਨਹੀਂ ਆ ਰਹੀ ਸਹੀ ਹੈ। ਜਿਹੜਾ ਸ਼ੇਅਰ ਹੈ ਕਿਆ ਕੀ ਸ਼ੇਅਰ ਹੈ ਕਿ ਮਰਜ਼ बढ़ता गया ਜੂੰ ਦਬਾ ਕੇ ਹਾਂ ਸਮਥਿੰਗ ਲਾਈਕ ਦਿਸ ਲੱਗਦੇ ਕਿ ਤੇ ਫਿਰ ਠੀਕ ਨਹੀਂ ਹੋ ਰਹੀ ਇਕਨੋਮੀ ਅਜੇ ਜੀ। ਇਕਾਨਮੀ ਦੇਖੋ ਸਰ, ਜਿਹੜਾ ਟਾਰਗੇਟ ਹੈ ਬੜਾ ਐਗਰੈਸਿਵ ਹੈ ਕਿ 2% ਇਨਫਲੇਸ਼ਨ ਲੈ ਕੇ ਆਉਣੀ ਆ। that is a very high target as of now, or but we are moving in a right direction. ਤੇ ਇਸ ਕਰਕੇ ਜਿਹੜਾ ਹੈ ਆਇਲ ਦੀ ਸਪਿਰਿਟ ਨੂੰ ਡੈਂਪਨ ਕੀਤਾ ਹੈ। ਆਇਲ ਜਦੋਂ ਥੱਲੇ ਜਾਂਦਾ ਹੈ, ਨੈਚੁਰਲੀ ਗੱਲ ਹੈ ਸਰ, ਸਾਡੀ ਜਿਹੜੀ ਹੈ ਸਟਾਕ ਮਾਰਕੀਟ 'ਤੇ ਇੱਥੇ ਅਸਰ ਪੈਂਦਾ ਆ। ਅਤੇ ਇਸੇ ਕਰਕੇ ਟੋਰਾਂਟੋ ਸਟਾਕ ਇੰਡੈਕਸ ਜਿਹੜੀ ਆ ਡਾਊਨ ਹੈ। ਪਰ ਅਮਰੀਕਨ ਦੇ ਅੰਦਰ ਜਿਹੜੀ ਹੈ ਟੈਕਨੋਲੋਜੀ ਮਾਰਕੀਟ ਜਿਹੜੀ ਆ ਉਹਦੇ ਅੰਦਰ ਜਿਹੜਾ ਇੱਕ ਤਰ੍ਹਾਂ ਦੀ ਤੁਸੀਂ ਕਹਿ ਸਕਦੇ ਰੈਲੀ ਚੱਲ ਰਹੀ ਹੈ ਪਿਛਲੇ 5 ਮਹੀਨੇ ਤੋਂ। ਔਰ ਉਹਦੇ ਅੰਦਰ ਵੀ ਕੁਛ ਇੱਕ ਸਟਾਕਸ ਦੇ ਅੰਦਰ ਹੀ ਹੈ, ਜਾਂ ਪਿਛਲੇ ਹਫਤੇ ਵੀ ਅਸੀਂ ਗੱਲ ਕਰਦੇ ਰਹੇ ਹਾਂ, ਪਰ ਮੋਸਟਲੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਅੰਦਰ ਹੈ, ਇਲੈਕਟ੍ਰਿਕ ਵਾਹੀਕਲਸ ਦੇ ਅੰਦਰ ਹੈ, ਚਿਪ ਮੇਕਰਸ ਕੰਪਨੀ ਦੇ ਅੰਦਰ ਹੈ। ਅਦਰਵਾਈਜ਼ ਕੋਈ ਇੰਨੀ ਤੁਹਾਨੂੰ ਇਹ ਬ੍ਰੌਡ ਬੇਸ ਰੈਲੀ ਨਹੀਂ ਦੇਖਣ ਨੂੰ ਮਿਲਦੀ ਸਰ। ਅਤੇ ਚਲੋ ਦੇਖਦੇ ਹਾਂ ਜੀ। ਹੁਣ ਅੱਜ ਰੇਟ ਆਫ ਇੰਟਰਸਟ ਦੀ ਗੱਲ ਨਾ ਕਰੀਏ ਫਿਰ ਕਹਿੰਦੇ ਮੂਡ ਖਰਾਬ ਹੋ ਜਾਂਦਾ ਸਵੇਰੇ। ਰੇਟ ਆਫ ਇੰਟਰਸਟ ਸਰ ਬੜੀ ਇੰਟਰਸਟਿੰਗ ਸਟੋਰੀ ਆ ਕਿ ਚਾਈਨਾ ਇਜ਼ ਰਿਡਿਊਸਿੰਗ ਇੰਟਰਸਟ ਰੇਟਸ। ਚਾਈਨਾ ਨੇ ਆਪਣਾ ਹਾਲਾਂਕਿ ਬੜਾ ਨੋਮੀਨਲ ਜਾਂ ਮਤਲਬ 0.10% ਉਹਨਾਂ ਨੇ ਇੰਟਰਸਟ ਘਟਾਇਆ ਆ, ਲੇਕਿਨ ਚਾਈਨਾ ਇਜ਼ ਫੀਲਿੰਗ ਦ ਹੀਟ ਨਾਓ। ਚਾਈਨਾ ਦੀ ਜਿਹੜੀ ਰੀਅਲ ਸਟੇਟ ਹੈ ਉਹ 10 ਸਾਲ ਤੋਂ ਬੜੀ ਸਪਰੈਸਡ ਹੈਗੀ ਆ। ਤੁਸੀਂ ਦੇਖੋ ਜਦੋਂ ਇੱਥੇ ਕੋਵਿਡ ਦੇ ਅੰਦਰ ਹਾਲਾਂਕਿ ਇਕਨੋਮਿਕ ਐਕਟੀਵਿਟੀ ਕੁਛ ਨਹੀਂ ਸੀਗੀ,
ਲੇਕਿਨ ਜਦੋਂ ਰੀਅਲ ਸਟੇਟ 2 ਸਾਲ ਪਹਿਲਾਂ ਰੋਜ਼ ਕੀ ਮਤਲਬ ਹਰ ਐਵਰੀ ਮੰਥ ਤੁਹਾਡਾ 10,000 ਪ੍ਰਾਈਸ ਘਰ ਦਾ ਵੱਧ ਜਾਂਦਾ ਸੀ, 25,000 ਵੱਧ ਜਾਂਦਾ ਸੀ, ਤਾਂ ਤੁਸੀਂ ਫੀਲ ਗੁੱਡ ਫੈਕਟਰ ਕਰਕੇ ਜਾ ਕੇ ਪੈਸੇ ਸਪੈਂਡ ਕਰਨ ਲੱਗ ਜਾਂਦੇ ਸੀਗੇ। ਹੁਣ ਉਹੀ ਘਰ ਆ, ਉਨੀ ਹੀ ਇਨਕਮ ਹੈ, ਲੇਕਿਨ ਹੁਣ ਜਿਹੜਾ ਹੈ ਚੂੰਕਿ ਤੁਹਾਡੇ ਪ੍ਰਾਈਸਿਸ ਘਟ ਰਹੇ ਆ ਤੇ ਪੀਪਲ ਫੀਲ ਬਿੰਗ ਨਾਟ ਫੀਲ ਗੁੱਡ ਫੈਕਟਰ ਹੈਗਾ ਆ। ਇਸ ਕਰਕੇ ਲੋਕ ਉਸ ਹਿਸਾਬ ਨਾਲ ਲੈਵਿਸ਼ਲੀ ਸਪੈਂਡ ਨਹੀਂ ਕਰ ਰਹੇ। ਇਹੀ ਚੀਜ਼ ਚਾਈਨਾ ਦੇ ਅੰਦਰ ਦੇਖਣ ਨੂੰ ਮਿਲ ਰਹੀ ਹੈ ਔਰ ਚਾਈਨਾ ਦੀ ਜਿਹੜੀ ਮੈਨੂਫੈਕਚਰਿੰਗ ਐਕਟੀਵਿਟੀ ਹੈ ਉਹ ਵੀ ਘਟ ਰਹੀ ਹੈ ਤੇ ਇਸ ਕਰਕੇ ਚਾਈਨਾ ਨੇ ਆਪਣਾ ਇੰਟਰਸਟ ਘਟਾਇਆ ਹੈ। ਇੱਕ ਤਰੀਕੇ ਨਾਲ ਤੁਸੀਂ ਦੇਖੋਗੇ ਅਗਲੇ ਨੈਕਸਟ 6 to 9 months ਚਾਈਨਾ ਵਿਲ ਕਮ ਆਊਟ ਵਿਦ ਦੀ ਸਟਿਮੂਲਸ ਪੈਕੇਜ ਕਿ ਆਪਣੀ ਇਕਨੋਮਿਕ ਐਕਟੀਵਿਟੀ ਨੂੰ ਵਧਾਏਗਾ, ਕਿਉਂਕਿ ਚਾਈਨਾ ਵੀ ਦੇਖੋ ਸਰ 2 ਦਹਾਕਿਆਂ ਤੋਂ ਮੋਰ ਦੈਨ 2 decades ਡਬਲ ਡਿਜਿਟ ਗਰੋਥ ਰਹੀ ਹੈ ਔਰ ਗਰੋਥ ਹਲੇ ਵੀ ਹੈ, 4-5% ਦੀ ਗਰੋਥ ਹੈਗੀ ਆ, ਲੇਕਿਨ 4 to 5% ਗਰੋਥ ਇਨ ਕੰਟਰੀ ਲਾਈਕ ਚਾਈਨਾ ਜਿੱਥੇ ਡਬਲ ਡਿਜਿਟ ਗਰੋਥ ਆਉਂਦੀ ਰਹੀ ਹੋਵੇ, ਇਟ ਫੀਲਸ ਲਾਈਕ ਏ ਰਿਸੈਸ਼ਨ। ਇਸ ਕਰਕੇ ਜਿਹੜਾ ਹੈ ਚਾਈਨੀਜ਼ ਐਕਟੀਵਿਟੀ ਕਿਉਂਕਿ ਸਲੋ ਹੈ ਔਰ ਮੇਨ ਕੰਜ਼ੰਪਸ਼ਨ ਜਿਹੜੀ ਆਇਲ ਦੀ ਹੈ ਉਹ ਮੇਜਰ ਕੰਟਰੀਜ਼ ਲਾਈਕ ਚਾਈਨਾ ਐਂਡ ਇੰਡੀਆ ਹੈਗੀ ਆ ਤੇ ਇਸ ਕਰਕੇ ਜਿਹੜਾ ਹੈ ਜੀ ਇਹ ਤੁਸੀਂ ਦੇਖ ਰਹੇ ਆ ਕਿ ਇਹ ਮਤਲਬ ਸਲੋ ਡਾਊਨ ਐਕਟੀਵਿਟੀ ਜਿਹੜੀ ਆ ਕਮੋਡਿਟੀ ਮਾਰਕੀਟ 'ਚ ਹੈਗੀ ਹੈ ਸਰ। ਤੇ ਹੁਣ ਜੀ ਕਰਦੇ ਹਾਂ ਅੱਜ ਦਾ ਜਿਹੜਾ ਸਾਡਾ ਮੇਨ ਟੌਪਿਕ ਹੈ ਜਿਹਦੇ ਬਾਰੇ ਗੱਲਬਾਤ ਕਰਨੀ। ਅਕਸਰ ਕੈਨੇਡੀਅਨਸ ਇਹ ਸ਼ਿਕਾਇਤ ਕਰਦੇ ਨੇ ਕਿ ਜੀ ਸਾਨੂੰ ਟੈਕਸ ਬਹੁਤ ਦੇਣਾ ਪੈਂਦਾ ਜੀ, ਹਰ ਲਿਹਾਜ਼ ਨਾਲ ਜਿਹੜਾ ਹੈ ਹਰ ਪੱਖ ਤੋਂ ਟੈਕਸ ਬਹੁਤ ਦੇਣਾ ਪੈਂਦਾ, ਸਾਡੀ ਇਨਕਮ ਦਾ ਬਹੁਤ ਵੱਡਾ ਹਿੱਸਾ ਟੈਕਸਿਸ ਦੇ ਵਿੱਚ ਚਲੇ ਜਾਂਦਾ ਜੀ। ਪਰ ਆਮ ਕਰਕੇ ਹਰੇਕ ਬੰਦਾ ਇਹਨੂੰ ਕੈਲਕੂਲੇਟ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਵੀ ਟੋਟਲ ਕਿੰਨਾ ਕੁ ਟੈਕਸ ਅਸੀਂ ਪੇ ਕਰਦੇ ਹਾਂ। ਥੋੜ੍ਹਾ ਜਿਹਾ ਅੱਜ ਇਹਦੇ ਬਾਰੇ ਤੁਸੀਂ ਹੈਲਪ ਕਰ ਸਕੋ, ਕਿਉਂਕਿ ਜੇ ਸਿਟੀਜ਼ਨ ਨੂੰ ਪਤਾ ਹੋਊਗਾ ਵੀ ਅਸੀਂ ਕਿੰਨਾ ਟੈਕਸ ਦਿੰਦੇ ਹਾਂ ਫਿਰ ਹੀ ਜਦੋਂ ਮਤਲਬ ਉਡਾਉਂਦੇ ਨੇ ਪੈਸੇ ਪੋਲੀਟੀਸ਼ੀਅਨ ਜੀ, ਉਦੋਂ ਫਿਰ ਉਹਨੂੰ ਚੰਗੀ ਤਰ੍ਹਾਂ ਸਮਝ ਆ ਸਕਦਾ ਕਿ ਪੈਸੇ ਕਿਹਦੇ ਉਡਾ ਰਹੇ ਨੇ। ਜੀ ਜੀ ਜੀ, ਠੀਕ ਕਹਿ ਰਹੇ ਹੈ ਸਰ। ਦੇਖੋ ਸ਼ਮੀਲ ਜੀ, ਅਸੀਂ ਉਸ ਮੁਲਕ ਤੋਂ ਮੋਸਟਲੀ ਇੰਡੀਆ ਪਾਕਿਸਤਾਨ ਤੋਂ ਲੋਕ ਜਿਹੜੇ ਆਉਂਦੇ ਨੇ ਉੱਥੇ ਇਨਕਮ ਟੈਕਸ ਦੀ ਚੋਰੀ ਬੜੀ ਹੁੰਦੀ ਹੈ। ਇਨਕਮ ਟੈਕਸ ਉੱਥੇ ਵੀ ਹੈਗਾ ਆ, ਲੇਕਿਨ ਇੱਕ ਮੇਜਰ ਪਾਰਟ ਕੈਨੇਡਾ ਦਾ ਜੇ ਤੁਸੀਂ ਦੇਖੋ, ਮੈਂ 2021 ਦੇ ਆંકੜੇ ਕੱਢੇ ਆ ਕਿ 2021 'ਚ 46% ਜਿਹੜਾ ਟੈਕਸਿਸ ਦਾ ਰੈਵਨਿਊ ਹੈ ਸਰਕਾਰ ਦਾ ਉਹ ਇਨਕਮ ਟੈਕਸ ਤੋਂ ਆਉਂਦਾ। ਮੇਜਰ ਪੋਰਸ਼ਨ ਇਨਕਮ ਟੈਕਸ ਦਾ ਹੈਗਾ ਆ ਤੇ ਇੱਥੇ ਜੇ ਐਵਰੇਜ ਤੁਸੀਂ ਲਗਾਓ 2021 ਦੇ ਮੈਂ ਤੁਹਾਨੂੰ ਆંકੜੇ ਦੱਸ ਦਿੰਦਾ ਵੀ ਐਵਰੇਜ ਪਰਸਨ ਪੇਜ਼ ਇਨਕਮ ਟੈਕਸ $13,000। ਫਿਰ ਇਕੱਲਾ ਇਹੀ ਟੈਕਸ ਨਹੀਂ ਹੈ, ਦੇਖੋ ਟੈਕਸਿਸ ਇੱਕ ਤਾਂ ਇਨਕਮ ਤੁਸੀਂ ਜਿਹੜੀ ਪੈਸੇ ਕਮਾਏ ਆ ਫਿਰ ਉਸ 'ਤੇ ਹੈ, ਫਿਰ ਜਿਹੜੀ ਤੁਸੀਂ ਚੀਜ਼ਾਂ ਕੰਜ਼ਿਊਮ ਕਰੋਗੇ ਉਹਦੇ 'ਤੇ ਹੈ, ਫਿਰ ਜਿਹੜੀ ਸਰਵਿਸਿਜ਼ ਲਓਗੇ ਉਹਦੇ 'ਤੇ ਹੈ, ਪ੍ਰੋਪਰਟੀ ਟੈਕਸ ਹੈ। ਮਤਲਬ ਤੁਹਾਨੂੰ ਪੂਰਾ ਮੈਂ ਵੇਰਵਾ ਦੱਸ ਦਿੰਦਾ ਵੀ 13,000 ਮਤਲਬ ਮੋਟਾ ਮੈਂ ਤੁਹਾਨੂੰ ਨਾਟ ਇਨ ਗੋਇੰਗ ਹੰਡਰਡਸ, $13,000 ਤੁਹਾਡਾ ਜਿਹੜਾ ਇਨਕਮ ਟੈਕਸ ਹੈ ਇੱਕ ਐਵਰੇਜ ਪਰਸਨ ਦਾ। ਫਿਰ ਪੇਰੋਲ ਔਰ ਹੈਲਥ ਟੈਕਸ ਹੈਗਾ ਉਹ $8,000 ਆ। ਪੇਰੋਲ ਟੈਕਸ ਜਿਸ ਤਰ੍ਹਾਂ CPP ਪੇ ਕਰਦੇ ਆ, ਮਤਲਬ ਆਮ ਸਰੋਤਿਆਂ ਨੇ ਵੀ ਦੱਸ ਦੇਣਾ, CPP ਜਿਹੜਾ ਤੁਸੀਂ ਪੇ ਕਰਦੇ ਆ 5.2%, ਉਨਾ ਹੀ ਪੈਸੇ ਤੁਹਾਡਾ ਐਮਪਲਾਇਰ ਵੀ ਪੇ ਕਰਦਾ, ਪਰ ਅਲਟੀਮੇਟਲੀ ਟੈਕਸ ਤਾਂ ਹੈਗਾ ਹੀ ਆ। 8,000 ਤੁਹਾਡਾ ਪੇਰੋਲ ਟੈਕਸ ਹੋ ਗਿਆ, 13,000 ਤੁਹਾਡਾ ਇਨਕਮ ਟੈਕਸ ਹੋ ਗਿਆ। ਸੇਲਸ ਟੈਕਸ 6,000 ਪੇ ਕਰਦੇ ਆ। ਸੇਲਸ ਟੈਕਸ ਕੀ ਹੈ? ਜਿਹੜੀਆਂ ਤੁਸੀਂ ਆਈਟਮਾਂ ਬਾਏ ਕਰਦੇ ਆ ਉੱਤੇ ਜਿਹੜੀ GST ਪੇ ਕਰਦੇ ਆ ਉਹ ਸੇਲਸ ਟੈਕਸ ਪੇ ਕਰਦੇ ਆ। ਫਿਰ ਪ੍ਰੋਫਿਟ ਟੈਕਸ ਹੈਗਾ, ਜਿਹੜੀ ਕੰਪਨੀਆਂ ਪ੍ਰੋਫਿਟ ਕਮਾਉਂਦੀਆਂ ਉੱਤੇ ਟੈਕਸ ਪੇ ਕਰਦੀਆਂ, ਉਹ ਵੀ ਸਾਲ ਦਾ $6,000 ਹੈ। ਪ੍ਰੋਪਰਟੀ ਟੈਕਸ ਐਵਰੇਜ $4,500 ਹੈਗਾ ਆ, ਉਹ ਮਿਊਨਿਸਪਲ ਨੂੰ ਜਾਂਦਾ ਹੈ। ਮਿਊਨਿਸਪਲ ਜਿਹੜੀਆਂ ਤੁਹਾਡੀਆਂ 3 ਤਰ੍ਹਾਂ ਦੀ ਸਰਕਾਰਾਂ ਹੈ, ਫੈਡਰਲ, ਪ੍ਰੋਵਿੰਸ਼ੀਅਲ ਐਂਡ ਮਿਊਨਿਸਪਲ, $4,500 ਉਹਨਾਂ ਨੂੰ ਜਾਂਦਾ ਹੈ। ਫਿਰ ਇਸ ਤੋਂ ਇਲਾਵਾ ਐਕਸਾਈਜ਼ ਡਿਊਟੀ ਹੈ $1,600। ਜਦੋਂ ਕੋਈ ਸਰਕਾਰ ਕੋਈ ਕੰਪਨੀ ਕੋਈ ਸਮਾਨ ਬਣਾਉਂਦੀ ਆ, ਉਹ ਬਣਾਉਣ 'ਤੇ ਵੀ ਮੈਨੂਫੈਕਚਰਿੰਗ 'ਤੇ ਵੀ ਟੈਕਸ ਹੈਗਾ $1,600, ਐਕਸਾਈਜ਼ ਡਿਊਟੀ ਹੈਗੀ ਆ। ਫਿਰ ਮੋਟਰ ਵਾਹੀਕਲ ਐਂਡ ਕਾਰਬਨ ਟੈਕਸ ਜਿਹੜਾ ਉਹ $1,200 ਹੈਗਾ ਆ। ਔਰ ਇਸ ਤੋਂ ਇਲਾਵਾ ਇੰਪੋਰਟ ਫੀ 271 ਹੈ। ਜੇ ਤੁਸੀਂ ਇਹ ਸਾਰਾ ਲਗਾ ਲਓਗੇ ਜੀ ਤੇ ਮੇਰੇ ਖਿਆਲ ਨਾਲ $24,000-25,000 ਜੀ ਇਹ ਬਣ ਜਾਂਦਾ। ਇਹ ਐਵਰੇਜ ਤੁਸੀਂ ਦੱਸ ਰਹੇ ਹੋ, ਐਵਰੇਜ ਦੱਸ ਰਹੇ। ਪਰ ਜਿਹੜਾ ਇਹਦੇ 'ਚ ਫਿਰ ਹੁਣ ਅੱਗੇ ਆਉਂਦਾ ਕਿ ਜਿਹੜੇ ਬੰਦੇ ਜੌਬ ਕਰਨ ਵਾਲੇ ਨੇ ਜੀ, ਉਹਨਾਂ ਦਾ ਸ਼ੇਅਰ ਜ਼ਿਆਦਾ ਹੋਏਗਾ ਜਾਂ ਕੰਮ ਕਰਨ ਵਾਲੇ ਬੰਦੇ ਨੇ ਜਿਹੜੇ? Not necessarily, sir. Not necessarily. It depends. ਹਾਂ, it is definitely ਤੁਸੀਂ ਕਹਿ ਸਕਦੇ ਆ ਕਿ ਇਹ ਇੱਕ ਐਡਵਾਂਟੇਜ ਹੁੰਦੀ ਹੈ ਜਿਹੜਾ ਸੈਲਫ ਇੰਪਲੋਇਡ ਹੁੰਦਾ, ਐਂਟਰਪ੍ਰੈਨਿਓਰ ਹੁੰਦਾ, ਕੰਸਲਟੈਂਟ ਹੁੰਦਾ, ਅਤੇ ਉਹਨੂੰ ਇਹ ਹੁੰਦੀ ਹੈ ਵੀ ਉਹ ਆਪਣੇ ਕਈ ਖਰਚੇ ਜਿਹੜੇ ਆ ਉਹ ਬਿਜ਼ਨਸ ਐਕਸਪੈਂਸਿਸ 'ਚ ਪਾ ਸਕਦਾ। ਲੇਕਿਨ ਯੂਜ਼ਲੀ ਲੋਕ ਜਿਹੜੇ ਨੇ ਤੁਸੀਂ ਦੇਖੋਗੇ ਸੈਲਫ ਇੰਪਲੋਇਡ ਜਿਹੜੇ ਲੋਕ ਨੇ ਉਹ ਵੀ ਚੰਗਾ ਟੈਕਸਿਸ ਪੇ ਕਰਦੇ ਨੇ ਔਰ ਇੰਪਲੋਇਮੈਂਟ ਵੀ ਜਨਰੇਟ ਕਰਦੇ ਨੇ ਸਰ। ਅਤੇ ਪਰ ਮਤਲਬ ਇੰਨਾ ਕਿਹਾ ਕਿ ਭਾਵੇਂ ਈਵਨ ਵੱਡੇ ਬਿਜ਼ਨਸ ਵੀ ਹੋਣ ਉਹਨਾਂ ਕੋਲ ਵੀ ਟੈਕਸ ਚੋਰੀ ਕਰਨ ਦੇ
ਜਿੰਨਾ ਟੈਕਸ ਹੈ ਉਹ ਸ਼ਾਇਦ ਉਹਨਾਂ ਨਹੀਂ ਪੇ ਕਰਦੇ ਹੋਣੇ ਜਿੰਨਾ ਨੂੰ ਦੇਣਾ ਬਣਦਾ। ਆਪਾਂ ਇਸ ਤਰ੍ਹਾਂ ਦੇਖ ਸਕਦੇ ਹਾਂ। ਹਾਂ, ਟੈਕਸ ਇਵੇਜ਼ਨ ਜਿਹੜਾ ਹੈ ਸਰ ਉਹ ਤੇ ਕ੍ਰਿਮੀਨਲ ਐਕਟੀਵਿਟੀ ਹੈ। ਲੇਕਿਨ ਹਾਂ, ਜਿਹੜੀਆਂ ਕਈ ਕੰਪਨੀਆਂ ਤੁਸੀਂ ਦੇਖੋ, ਸਰਕਾਰ ਜਿਹੜੀ ਹੈ ਲੂਪ ਹੋਲਸ ਨੂੰ ਟਾਈਟ ਤਾਂ ਕਰ ਰਹੀ ਹੈ। ਦੇਖੋ ਪਹਿਲਾਂ ਹੁੰਦਾ ਸੀਗਾ ਸ਼ਮੀਲ ਜੀ, 5-4 ਸਾਲ ਪਹਿਲਾਂ ਕਿ ਡਿਵੀਡੈਂਡ ਟੈਕਸ 15% ਹੁੰਦਾ ਸੀਗਾ। ਬਈ ਤੁਹਾਡੀ ਆਪਣੀ ਕੰਪਨੀ ਹੈ, ਤੁਸੀਂ ਆਪਦੀ ਕੰਪਨੀ 'ਚੋਂ ਪੈਸੇ ਕਢਾ ਰਹੇ ਹੋ ਅਤੇ 15% ਟੈਕਸ ਪੇ ਕਰ ਰਹੇ ਹੈ, ਬੇਸ਼ੱਕ ਤੁਹਾਡੀ $1,00,000 ਇਨਕਮ ਹੈ। ਸੋ ਹਾਊ ਫੇਅਰ ਇਟ ਇਜ਼ ਕਿ ਤੁਸੀਂ ਜਿਸ ਤਰ੍ਹਾਂ ਹੁਣੇ ਗੱਲ ਕੀਤੀ ਵੀ ਇੰਪਲੋਈ ਜਿਹੜਾ ਹੈ ਉਹ $1,00,000 ਤੇ 40% ਟੈਕਸ ਪੇ ਕਰ ਰਿਹਾ, ਜਿਹੜਾ ਸੈਲਫ ਇੰਪਲੋਇਡ ਹੈ ਉਹਨੇ ਆਪਣੀ ਕੰਪਨੀ ਖੁਲਾਈ ਆ ਉਹ 15% ਡਿਵੀਡੈਂਡ ਟੈਕਸ ਪੇ ਕਰ ਰਿਹਾ। ਲੇਕਿਨ ਇਹ ਹੁਣ ਚੇਂਜ ਹੋ ਗਿਆ ਪਿਛਲੇ 5-7 ਸਾਲ ਤੋਂ। ਸਰਕਾਰ ਇਹ ਜਿੰਨੇ ਵੀ ਲੂਪ ਹੋਲਸ ਹੈਗੇ ਨੇ ਇਸ ਤਰ੍ਹਾਂ ਦੇ ਉਹਨੂੰ ਬੰਦ ਕਰ ਰਹੀ ਹੈ। ਅਤੇ ਹੁਣ ਜਿਹੜਾ ਹੈ ਜਿਹੜੀਆਂ ਪਬਲਿਕ ਕਾਰਪੋਰੇਸ਼ਨਸ ਹੈ, ਪਬਲਿਕ ਕਾਰਪੋਰੇਸ਼ਨ ਜਿਹੜੀਆਂ ਕਿ ਪਬਲਿਕ ਲਿਸਟਡ ਕੰਪਨੀਜ਼ ਲਾਈਕ ਬੈਲ ਕੈਨੇਡਾ ਜਾਂ ਹੋਰ, ਜਿਸ ਤਰ੍ਹਾਂ ਜੇ ਤੁਸੀਂ ਉਹਦੇ ਸ਼ੇਅਰ ਲਏ ਹੋਏ ਆ ਉਹਦੇ 'ਤੇ ਡਿਵੀਡੈਂਡ ਜਿਹੜਾ ਮਿਲਦਾ ਉਹਦੇ 'ਤੇ ਟੈਕਸ ਜਿਹੜਾ ਤੁਹਾਡਾ ਘੱਟ ਹੈ। ਲੇਕਿਨ ਜਿਹੜਾ ਪ੍ਰਾਈਵੇਟ ਹੋਲਡਿੰਗ ਜਿਹੜੀ ਤੁਹਾਡੀ ਕਾਰਪੋਰੇਸ਼ਨ ਹੈਗੀ ਆ ਉਹਦੇ 'ਤੇ ਟੈਕਸ ਤਕਰੀਬਨ ਉਨਾ ਹੀ ਹੈ ਜਿੰਨਾ ਕਿ ਇੱਕ ਆਮ ਨਾਗਰਿਕ ਜਿਹੜਾ ਪੇ ਕਰੇਗਾ ਸਰ। ਇਹਦੇ 'ਚ ਫਿਰ ਹੁਣ ਸਵਾਲ ਵੱਡਾ ਇਹ ਉੱਠਦਾ ਕਿ ਤੁਸੀਂ ਜਦੋਂ ਕਮਾਈ ਕਰ ਰਹੇ ਹੋ ਤੁਹਾਡੇ ਉੱਤੇ ਵੀ ਟੈਕਸ, ਜਦੋਂ ਤੁਸੀਂ ਖਰਚਾ ਕਰ ਰਹੇ ਹੋ ਜੀ ਉਹ 'ਤੇ ਵੀ ਟੈਕਸ, ਜਦੋਂ ਕੋਈ ਚੀਜ਼ ਤੁਸੀਂ ਪ੍ਰੋਡਿਊਸ ਕਰ ਰਹੇ ਹੋ ਬਣਾ ਰਹੇ ਹੋ ਉਹ 'ਤੇ ਵੀ ਟੈਕਸ, ਜਦੋਂ ਉਹ ਵੇਚ ਰਹੇ ਹੋ ਉਹ 'ਤੇ ਵੀ ਟੈਕਸ, ਜੀ ਪੈਰ 'ਤੇ ਟੈਕਸ ਹੈ। ਫਿਰ ਤੁਸੀਂ ਘਰ 'ਚ ਜਿੱਥੇ ਰਹਿ ਰਹੇ ਹੋ ਉਹ 'ਚ ਵੀ ਟੈਕਸ ਹੈ ਜੀ। ਸੋ ਇਹ ਜਿਹੜਾ ਡਬਲ ਟ੍ਰਿਪਲ ਪਤਾ ਨਹੀਂ ਕਿੰਨੀਆਂ ਲੇਅਰਸ ਹੋ ਗਈਆਂ ਟੈਕਸਿਸ ਦੀਆਂ ਜੀ। ਇਹ ਵੀ ਇਹਦਾ ਇਹ ਕੀ ਆਰਗੂਮੈਂਟ ਹੈ? ਥੋੜ੍ਹਾ ਜਿਹਾ ਕਈ ਵਾਰ ਲੋਕਾਂ ਨੂੰ ਇਸ ਗੱਲ 'ਤੇ ਵੀ ਸਵਾਲ ਉੱਠਦਾ ਵੀ ਇਹ ਕਿਉਂ ਇੱਦਾਂ। ਦੇਖੋ ਸਰ, ਇਹ ਬੇਸਿਕਲੀ ਜਿਹੜੀ ਸਰਕਾਰ ਨੇ ਤੁਹਾਨੂੰ ਸੁਵਿਧਾਵਾਂ ਦੇਣੀਆਂ ਆ, ਤੁਸੀਂ ਜੇ ਹੁਣ ਤੁਸੀਂ ਘਰ ਵੀ ਤੁਸੀਂ ਲਿਆ ਹੈ, ਤੁਹਾਡਾ ਗਾਰਬੇਜ ਪਿਕ ਕਰਨਾ ਹੈ, ਸੜਕਾਂ ਬਣਾਉਣੀਆਂ ਹੈ ਜਾਂ ਹੋਰ ਚੀਜ਼ਾਂ ਹੈਗੀਆਂ, ਇਹ ਦਿਸ ਇਜ਼ ਆਲਸੋ ਦੀ ਪਾਰਟ ਆਫ ਦਾ ਗਵਰਨਮੈਂਟ। ਹਾਂ, ਇਹਦੇ ਅੰਦਰ ਪਿਲਫਰੇਜ ਨਹੀਂ ਹੋਣੀ ਚਾਹੀਦੀ ਜਿਹੜੀ ਤੁਸੀਂ ਟੈਕਸ ਜਿਹੜੇ ਹੈ, ਜਾਂ ਜਿਸ ਤਰ੍ਹਾਂ ਪੋਲੀਟੀਸ਼ੀਅਨਸ ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕਹੀ ਆ ਵੀ ਉਹ ਉਡਾ ਦਿੰਦੇ ਆ ਬਈ। ਹਾਲਾਂਕਿ ਆਈ ਫੀਲ ਦੈਟ ਕੰਪੇਅਰ ਟੂ ਸਮ ਡਿਵੈਲਪਿੰਗ ਕੰਟਰੀਜ਼ ਕੈਨੇਡਾ ਇਜ਼ ਫਾਰ ਬੈਟਰ। ਇੱਥੇ ਤੁਹਾਨੂੰ ਮਤਲਬ ਇਹ ਨਹੀਂ ਹੈਗਾ ਵੀ ਛੋਟਾ ਜਿਹਾ ਕੰਮ ਵੀ ਕਰਾਉਣਾ ਅਤੇ ਇੱਕ ਤਾਂ ਟੈਕਸ ਵੀ ਦੇਣਾ ਅਤੇ ਫਿਰ ਉੱਤੋਂ ਕਿਸੇ ਦੀ ਕਰਪਸ਼ਨ ਰਿਸ਼ਵਤ ਵੀ ਦੇਣੀ ਹੈ। ਦੈਟ ਵੇ ਯੂ ਡੋਂਟ ਫੀਲ ਐਟ ਅ ਲੋਅਰ ਲੈਵਲ। ਹਾਈ ਐਂਡ 'ਤੇ ਹੋਏ ਤਾਂ ਮੈਂ ਉਹਦੇ ਬਾਰੇ ਕਹਿ ਨਹੀਂ ਸਕਦਾ। ਅਤੇ ਚੂੰਕਿ ਤੁਸੀਂ ਜਿਹੜੀਆਂ ਸਾਰੀਆਂ ਫੈਸਿਲਿਟੀਜ਼ ਲੈਣੀਆਂ ਹੈ, ਨੈਚੁਰਲੀ ਯੂ ਹੈਵ ਟੂ ਪੇ ਦ ਟੈਕਸਿਸ, ਮਨੀ ਹੈਜ਼ ਟੂ ਕਮ ਫਰਮ ਸਮਵੇਅਰ ਸਰ। ਪਰ ਹੁਣ ਸਵਾਲ ਇਹ ਵੀ ਉੱਠ ਜਾਂਦਾ ਜੀ, ਤੁਸੀਂ ਦੱਸਿਆ ਐਵਰੇਜ ਕਿੰਨਾ 25-25 ਹਜ਼ਾਰ ਬਣ ਜਾਂਦਾ, ਜਿਹੜਾ ਇੱਕ ਆਮ ਐਵਰੇਜ ਕੈਨੇਡੀਅਨ 24-25 ਹਜ਼ਾਰ ਟੈਕਸ ਦਿੰਦਾ ਜੀ ਹਰ ਸਾਲ ਜੀ। ਕੀ ਉਹਨੂੰ ਉਹਦੇ ਬਦਲੇ ਫਿਰ ਮਿਲਦਾ ਕੀ ਹੈ? ਇਹ ਵੀ ਇੱਕ ਸਵਾਲ। ਦੇਖੋ ਸਰ, ਉਹਦੇ ਸੋਸ਼ਲ ਸਿਕਿਉਰਿਟੀ ਹੈ। ਤੁਸੀਂ ਹੁਣ ਮੈਂ ਤੁਹਾਨੂੰ ਦੱਸਾਂ ਬਈ ਤੁਸੀਂ ਐਗਜ਼ਾਮਪਲ ਲਾਈਕ ਬੁਢਾਪਾ ਪੈਨਸ਼ਨ ਜਿਹੜੀ ਤੁਹਾਡੀ ਹੈ, ਓਲਡ ਏਜ ਸਿਕਿਉਰਿਟੀ ਪੈਨਸ਼ਨ ਹੈ, ਠੀਕ ਹੈ, CPP ਤੁਹਾਡੇ ਤੋਂ ਕੱਟਦੇ ਆ, ਲੇਕਿਨ ਫਿਰ ਤੁਹਾਨੂੰ ਫੈਸਿਲਿਟੀ ਵੀ ਦਿੰਦੇ ਆ। ਤੁਸੀਂ ਵੀ ਜਦੋਂ 65 ਸਾਲ ਤੋਂ ਬਾਅਦ ਤੁਸੀਂ ਜਿੰਨਾ ਚਿਰ ਰਹਿਣਾ ਆ ਉਹ ਤੁਹਾਨੂੰ ਬੈਨੀਫਿਟ ਤੁਹਾਨੂੰ ਸਾਰੀ ਉਮਰ ਰਿਟਾਇਰਮੈਂਟ ਮਿਲਣਾ ਆ। ਚਾਈਲਡ ਬੈਨੀਫਿਟ ਮਿਲਦਾ, ਹੈਲਥ ਇੰਸ਼ੋਰੈਂਸ ਹੈ। ਹਾਲਾਂਕਿ ਅੱਛਾ ਨਹੀਂ ਹੈ, ਹਾਲਾਂਕਿ OHIP ਇਜ਼ ਸਟਿਲ ਨੀਡਸ ਅ ਲੋਟ ਆਫ ਰੀਸਟਰਕਚਰਿੰਗ ਔਰ ਅੰਡਰ ਫੰਡਡ ਹੈਗਾ ਆ। ਲੇਕਿਨ ਫਿਰ ਵੀ ਸਮਥਿੰਗ ਇਜ਼ ਦੇਅਰ। ਤੁਹਾਡੇ ਬੱਚਿਆਂ ਨੂੰ ਸਕੂਲਾਂ ਦੀ ਪੜ੍ਹਾਈ ਜਿਹੜੀ ਆ ਉਹ ਫ੍ਰੀ ਹੈਗੀ ਆ। ਹੋਰ ਕਈ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀ ਹੈਗੀਆਂ ਜਿਹੜੀ ਸੋਸ਼ਲ ਨੈਟਵਰਕ ਤੁਹਾਨੂੰ ਸਰਕਾਰ ਦਿੰਦੀ ਆ ਔਰ ਜਿਹੜਾ ਕਿ ਅੱਛਾ ਹੈਗਾ ਆ, ਉਹ ਵੀ ਤਾਂ ਸਰਕਾਰ ਨੇ ਫਿਰ ਕਿਤੋਂ ਨਾ ਕਿਤੇ ਪੈਸੇ ਲਾਉਣੇ ਆ ਸਰ। ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਟੈਕਸਿਸ ਦਾ ਜੇ ਅਸੀਂ ਟੋਟਲ ਹਿਸਾਬ ਲਾਈਏ ਇਹ ਹੈ ਐਵਰੇਜ, ਪਰ ਕੁਛ ਬੰਦੇ ਬਹੁਤ ਜ਼ਿਆਦਾ ਦੇ ਰਹੇ ਹੋਣਗੇ, ਕਈਆਂ ਨੂੰ ਲੱਗਦਾ ਕਿ ਉਹਨਾਂ ਦੀ ਇਨਕਮ ਦਾ 40% 50% ਤੱਕ ਟੈਕਸ ਚਲੇ ਜਾਂਦਾ ਜੀ। ਮੇਰਾ ਖਿਆਲ ਹੈ 50% ਤੱਕ ਚਲੇ ਜਾਂਦਾ ਹੋਵੇਗਾ ਇਸ ਹਿਸਾਬ ਨਾਲ। ਹਾਈਐਸਟ ਟੈਕਸ ਓਨਟਾਰੀਓ ਅੰਦਰ ਸਰ 51 ਜਾਂ 52% ਹੈਗਾ ਜੀ। ਹਾਂਜੀ, ਹਾਈਐਸਟ ਦੈਟਸ ਇਨਕਮ ਟੈਕਸ ਆਮ ਟਾਕਿੰਗ। ਉਹ ਇਨਕਮ ਟੈਕਸ ਹੈ, ਫਿਰ ਪਲੱਸ ਅਦਰ ਐਕਸਪੈਂਸਸ। ਹਾਂ, ਉਹ ਤਾਂ ਬਹੁਤ ਸਾਰੇ। ਯੈਸ। ਸੋ ਉਹਦਾ ਟੋਟਲ ਟੈਕਸ ਤਾਂ ਇਹੋ ਜਿਹੇ ਬੰਦੇ ਦਾ ਫਿਰ ਕਾਫੀ ਜ਼ਿਆਦਾ ਹੋ ਗਿਆ। ਯੈਸ ਜੀ। 50% ਉਹਦੇ ਇਨਕਮ ਟੈਕਸ ਹੀ ਹੈ ਜੀ, ਅਤੇ ਪਲੱਸ ਆ ਨਾਲ ਸਾਰੇ ਟੈਕਸ ਜੋੜ ਲਏ ਆਪਾਂ ਜੀ। ਦੇਖੋ ਸਰ, ਇੱਥੇ ਪ੍ਰੋਗਰੈਸਿਵ ਟੈਕਸੇਸ਼ਨ ਸਿਸਟਮ ਹੈ। ਵਾਟ ਇਜ਼ ਪ੍ਰੋਗਰੈਸਿਵ ਟੈਕਸ ਸਿਸਟਮ ਮੀਨਸ ਕਿ ਤੁਸੀਂ ਜਿੰਨੀ ਜ਼ਿਆਦਾ ਇਨਕਮ ਹੈ ਓਨਾ ਵੱਧ ਟੈਕਸ ਪੇ ਕਰੋਗੇ। ਇਸ ਤਰ੍ਹਾਂ ਨਹੀਂ ਹੈ ਬਈ ਇੱਕ ਲੈਵਲ ਹੈਗਾ ਬਈ ਤੁਹਾਨੂੰ ਹਰ ਇੱਕ ਨੂੰ ਇੰਨਾ ਹੀ ਟੈਕਸ ਦੇਣਾ ਪੈਣਾ। ਸੋ ਐਜ਼ ਪਰ ਦਾ ਪ੍ਰੋਗਰੈਸਿਵ ਟੈਕਸ ਸਿਸਟਮ, ਡੈਫੀਨੇਟਲੀ ਜੇ ਤੁਸੀਂ ਸਾਲ ਦਾ $4-5 ਲੱਖ ਕਮਾਉਂਦੇ ਆ ਦੈਨ ਡੈਫੀਨੇਟਲੀ ਯੂ ਲਿਵ 52% ਟੈਕਸ ਬ੍ਰੈਕਟ ਜੀ। ਪਰ ਇਸ ਹਿਸਾਬ ਨਾਲ ਜਿੰਨਾ ਹੁਣ ਆਪਾਂ ਟੈਕਸ ਦੇ ਰਹੇ ਹਾਂ ਜੀ, ਮੇਰੇ ਖਿਆਲ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਨਾਲੋਂ ਇਹ ਕਿਤੇ ਜ਼ਿਆਦਾ ਹੋਏਗਾ। ਕੁਝ ਕੰਟਰੀ 'ਚ ਹੋ ਸਕਦਾ
ਮੈਨੂੰ ਹੁਣ ਆਪਾਂ ਜਾਂ ਅਮਰੀਕਾ 'ਚ ਬਹੁਤ ਘੱਟ ਹੈ ਜੀ। ਹਾਂਜੀ। ਅਮਰੀਕਾ ਦੇ ਅੰਦਰ ਬਹੁਤ ਘੱਟ ਹੈ ਇੱਥੇ ਨਾਲੋਂ ਟੈਕਸ, ਚਾਹੇ ਉਹ ਇਨਕਮ ਟੈਕਸ ਹੋਏ ਜਾਂ ਅਦਰ ਟੈਕਸਿਸ ਹੋਏ। ਲੇਕਿਨ ਫਿਰ ਅਮਰੀਕਾ ਦੇ ਅੰਦਰ ਸਰ ਹੈਲਥ ਕੇਅਰ ਸਿਸਟਮ ਵੀ ਤੁਹਾਨੂੰ ਪਤਾ ਹੀ ਆ ਵੀ ਜੇ ਤੁਹਾਨੂੰ ਹੈਲਥ ਇੰਸ਼ੋਰੈਂਸ ਬਾਏ ਕਰਨੀ ਪਏ, ਐਵਰੇਜ ਪਰਸਨ ਪੇਜ਼ ਹਿਊਜ ਅਮਾਊਂਟ ਆਫ ਪ੍ਰੀਮੀਅਮ ਫਾਰ ਹੈਲਥ ਇੰਸ਼ੋਰੈਂਸ ਔਰ ਸੋਸ਼ਲ ਜਿਹੜੇ ਬੈਨੀਫਿਟਸ ਹੈਗੇ ਨੇ, ਜਿਸ ਤਰ੍ਹਾਂ ਇੱਥੇ ਉੱਥੇ ਵੀ ਹੈ ਚਾਈਲਡ ਟੈਕਸ ਬੈਨੀਫਿਟ, ਪਰ ਇੰਨਾ ਨਹੀਂ ਹੈ। ਸੋ ਇੱਥੇ ਕੁਝ ਸਹੂਲਤਾਂ ਜ਼ਿਆਦਾ ਵੀ ਨਹੀਂ, ਇਸ ਕਰਕੇ ਟੈਕਸ ਜ਼ਿਆਦਾ ਨਹੀਂ ਸਰ। ਜਿਹੜੀਆਂ ਆਪਾਂ ਨੂੰ ਲੱਗਦਾ ਹੈ ਕਿ ਵੀ ਇਹ ਕੈਨੇਡਾ 'ਚ ਬਹੁਤ ਸਹੂਲਤਾਂ ਨੇ, ਉਹ ਵੀ ਫ੍ਰੀ ਨਹੀਂ ਨਾ ਮਿਲ ਰਹੀਆਂ, ਨਾ ਸਰ, ਨਥਿੰਗ ਇਜ਼ ਫ੍ਰੀ, ਹੈ ਨਾ। ਉਹ ਸਾਡਾ ਜੇ ਟੈਕਸ ਵੱਧ ਦਿੱਤਾ ਹੋਇਆ ਉਹਦੇ ਕਰਕੇ ਚੱਲ ਰਹੀਆਂ ਨੇ। ਜੀ। ਹਾਂ, ਟੈਕਸ ਦਾ ਜਿਹੜਾ ਹੁਣ ਲੋਕਾਂ ਨੂੰ ਗਿਲਾ ਤਾਂ ਇਹੀ ਹੁੰਦਾ ਜੀ, ਟੈਕਸ ਦੇਣ ਤੋਂ ਹੋਰ ਕੋਈ ਨਹੀਂ ਕਹਿੰਦਾ ਵੀ ਮੈਂ ਨਾ ਦਿਆਂ, ਲੇਕਿਨ ਟੈਕਸ ਦਾ ਸਹੀ ਯੂਟੀਲਾਈਜੇਸ਼ਨ ਹੋਣਾ ਚਾਹੀਦਾ ਔਰ ਪ੍ਰੋਪਰ ਜਿਹੜਾ ਹੈ ਉਹ ਦੇਖਣਾ ਚਾਹੀਦਾ ਇਕਾਨਮੀ ਦੇ ਅੰਦਰ ਕਿੱਥੇ ਉਹ ਇਨਵੈਸਟ ਹੋ ਰਿਹਾ। ਔਰ ਕੁਝ ਪੈਸਾ ਜਿਹੜਾ ਤੁਹਾਨੂੰ ਪਤਾ ਸਰਕਾਰਾਂ ਫਿਰ ਅੱਗੇ ਰਿਸਰਚ ਐਂਡ ਡਿਵੈਲਪਮੈਂਟ ਦੇ ਅੰਦਰ ਔਰ ਡਿਫੈਂਸ ਦੇ, ਹਾਲਾਂਕਿ ਡਿਫੈਂਸ ਦੇ ਅੰਦਰ ਕੈਨੇਡਾ ਮੈਨੂੰ ਲੱਗਦਾ ਨਹੀਂ ਕੋਈ ਇੰਨਾ ਪੈਸਾ ਇਨਵੈਸਟ ਕਰਦਾ ਆ। ਸਾਡੇ ਉੱਥੇ ਜੇ ਤੁਸੀਂ ਗੱਲ ਕਰੋ, ਇਟਸ ਮੋਰ ਆਫ ਅ ਪੋਲੀਟੀਕਲ ਦੈਨ 10% ਜਿਹੜਾ ਹੈ ਉਹ GDP ਦਾ ਤੁਸੀਂ ਉਹਦਾ ਡਿਫੈਂਸ 'ਤੇ ਖਰਚ ਕਰਦੇ ਆ, ਅਤੇ ਕੈਨੇਡਾ ਡਜ਼ਨਟ ਸਪੈਂਡ ਈਵਨ 1% ਮਨੀ ਔਰ 1.2 ਜਾਂ ਉਹਦੇ ਨੈਟੋ ਦਾ ਜੋ ਵੀ ਇਹਨੀ ਦੀ ਓਬਲੀਗੇਸ਼ਨ 2% ਦੀ ਉਹ ਵੀ ਨਹੀਂ ਪੂਰੀ ਕਰਦਾ। ਸੋ ਹਾਂ, ਕੈਨੇਡਾ ਇਨਵੈਸਟ ਮੋਰ ਇਨ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਦੇ ਅੰਦਰ ਐਲੋਕੇਟਡ ਬਜਟ ਸਾਡਾ ਅੱਛਾ ਹੈਗਾ ਔਰ ਹੋਣਾ ਵੀ ਚਾਹੀਦਾ ਹੈ। ਬਿਲਕੁਲ। ਅਤੇ ਇਹ ਜੇ ਤੁਸੀਂ ਕੰਪੇਅਰ ਦੂਸਰੇ ਕੰਟਰੀਜ਼ ਨਾਲ ਕਰੋਗੇ, ਡਿਵੈਲਪਿੰਗ ਨੇਸ਼ਨਸ ਨਾਲ, ਉੱਥੇ ਕਿਤੇ ਸਰ ਇੰਨੇ ਪੈਸੇ ਐਜੂਕੇਸ਼ਨ ਦਾ ਲਗਾਉਂਦੇ ਹੀ ਨਹੀਂ ਹੈਗੇ, ਸਰਕਾਰ ਨਹੀਂ ਲਗਾਉਂਦੀ। ਹਾਂ, ਪ੍ਰਾਈਵੇਟ ਬੰਦਾ ਜਿਹੜਾ ਵਿਚਾਰਾ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਜ਼ਰੂਰ ਲਾਉਂਦਾ ਜੀ। ਅਤੇ ਫਿਰ ਜਿਹੜਾ ਇਹ ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਸੀ, ਮੇਰੇ ਕੋਲ ਕੁਛ ਮੈਸੇਜਸ ਵੀ ਆ ਰਹੇ ਸੀ, ਅਤੇ ਉਹਦੇ 'ਚ ਇੱਕ ਜਿਹੜਾ ਫਿਰ ਟੈਕਸਿਸ ਨੂੰ ਲੈ ਕੇ ਗਿਲਾ ਇਹ ਹੁੰਦਾ ਕਿ ਬਹੁਤ ਸਾਰੇ ਜਿਹੜੇ ਸਾਡਾ ਵੈਲਫੇਅਰ ਦਾ ਨੈਟਵਰਕ ਹੈ ਜੀ, ਹੋਰ ਸਹੂਲਤਾਂ ਨੇ, ਇਹਨਾਂ ਨੂੰ ਇੱਕ ਸੈਕਸ਼ਨ ਬਹੁਤ ਅਬਿਊਜ਼ ਕਰ ਰਿਹਾ ਜੀ, ਜਿਹਦੇ ਨਾਲ ਉਹਨੂੰ ਲੱਗਦਾ ਕਿ ਅਸੀਂ ਤੇ ਟੈਕਸ ਪੇ ਕਰਦੇ ਹਾਂ ਜੀ, ਅਤੇ ਇੱਕ ਪਾਸੇ ਬੰਦੇ ਟੈਕਸ ਵੀ ਚੋਰੀ ਕਰ ਰਹੇ ਨੇ, ਬੈਨੀਫਿਟ ਵੀ ਪੂਰੇ ਲੈ ਰਹੇ ਨੇ। ਉਹਨਾਂ ਨੇ ਪੂਰਾ ਇੱਕ ਇੰਡਸਟਰੀ ਬਣਾ ਲਿਆ ਇਹਨੂੰ ਜੀ, ਕਿ ਇਹਦੇ ਨਾਲ ਜਿਹੜੇ ਟੈਕਸ ਪੇਇੰਗ ਓਨੈਸਟ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਲੱਗਦਾ ਵੀ ਇਹ ਉਹਨਾਂ ਨਾਲ ਇਨਜਸਟਿਸ ਹੈ। ਇਸ ਤਰ੍ਹਾਂ ਦੀ ਭਾਵਨਾ ਵੀ ਆਪਣੇ ਟੈਕਸ ਸਿਸਟਮ ਨੂੰ ਲੈ ਕੇ ਲੋਕਾਂ 'ਚ ਪੈਦਾ ਹੁੰਦੀ ਹੈ। ਬਿਲਕੁਲ ਆਉਂਦੀ ਹੈ ਸਰ। ਤੁਹਾਨੂੰ ਸਰਕਾਰ ਨੂੰ ਵੈਲਫੇਅਰ ਸਟੇਟ ਨਹੀਂ ਬਣਾਉਣੀ ਚਾਹੀਦੀ, ਔਰ ਹਾਂ, ਸਰਕਾਰ ਨੂੰ ਇੱਕ ਸੋਸ਼ਲ ਸੇਫਟੀ ਨੈਟਵਰਕ ਜ਼ਰੂਰ ਰੱਖਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਇੱਥੇ EI ਆਪਣੀ ਪੇ ਕਰਦੇ ਆ, EI ਦਾ ਤੁਸੀਂ ਟੈਕਸ ਪੇ ਕਰਦੇ ਆ, ਅਤੇ EI ਤੁਹਾਨੂੰ 8-9 ਮਹੀਨੇ ਦੀ ਹੈਗੀ ਆ, ਪਰ ਇਹ ਨਹੀਂ ਵੀ ਤੁਹਾਡੇ ਕੋਲ ਜੋਬ ਚਲੀ ਜਾਏ ਅਤੇ ਤਾਂ ਵੀ ਤੁਹਾਨੂੰ ਉਨੀ ਇਨਕਮ ਮਿਲਣੀ ਹੈ, ਜਦੋਂ ਜੋਬ ਕਰਦੇ ਆ ਤਾਂ ਵੀ ਉਨੀ ਮਿਲਣੀ ਹੈ। ਲਾਈਕ ਇਨ ਸਰਟਨ ਕਮਿਊਨਿਸਟ ਕੰਟਰੀਜ਼ ਜਿੱਥੇ ਕਿ ਕੋਈ ਇਨਸੈਂਟਿਵ ਨਹੀਂ ਹੈ ਕਿ ਤੁਸੀਂ ਵਧੀਆ ਕੰਮ ਕਰੋ, ਜ਼ਿਆਦਾ ਕੰਮ ਕਰੋ, ਪ੍ਰੋਡਕਟੀਵਿਟੀ ਤੁਹਾਡੀ ਵਧੀਆ ਹੋਵੇ, ਤੁਸੀਂ ਰਿਸਰਚ ਕਰੋ, ਤੁਸੀਂ ਇਨੋਵੇਸ਼ਨ 'ਚ ਜਾਓ, ਇਸ ਤਰ੍ਹਾਂ ਦੀ ਕੁਛ ਨਹੀਂ ਹੈ। ਅਤੇ ਇਹ ਚੀਜ਼ ਸਰਕਾਰ ਦਾ ਕੰਮ ਹੈ ਦੇਖਣਾ ਸਰ ਕਿ ਵੀ ਆਰ ਨਾਟ ਮੂਵਿੰਗ ਟੂਵਰਡਸ ਵੈਲਫੇਅਰ ਸਟੇਟ। ਜਿਸ ਤਰ੍ਹਾਂ ਕੋਲ ਦੇਖੋ, ਕਈ ਵਾਰੀ ਜਦੋਂ ਯਾਦ ਆ ਪਿੱਛੇ ਗਰੋਸਰੀ ਦੀ ਗੱਲ ਕਰਦੇ ਸੀ, ਗਰੋਸਰੀ ਬਾਰੇ ਮੈਨੂੰ ਯਾਦ ਆਇਆ ਇਸ ਹਫ਼ਤੇ ਇੱਕ ਨਿਊਜ਼ ਅਸੀਂ ਦੱਸਣਾ ਭੁੱਲ ਗਏ ਕਿ $50 ਮਿਲੀਅਨ ਲੱਗਿਆ ਫਾਈਨ ਜੀ ਆ ਕੰਪਨੀ ਨੂੰ, ਲੌਬਲਾਜ਼ ਨੂੰ, ਜਿਹੜਾ ਕਿ ਬ੍ਰੈਡ 'ਤੇ ਜਿਹੜੀ ਹੈ ਪ੍ਰਾਈਸ ਗਾਊਜਿੰਗ ਕਰਦੀ ਸੀਗੀ, ਅਤੇ ਉਹਦੇ 'ਤੇ ਜਿਹੜਾ ਟੈਕਸ ਫਾਈਨ ਲੱਗਿਆ, ਉਹ ਚੰਗੀ ਗੱਲ ਆ। ਅਤੇ ਪਿੱਛੇ ਕੁਛ ਲੋਕ ਇਹ ਕਹਿੰਦੇ ਸੀ ਵੀ ਸਰਕਾਰ ਨੂੰ ਚਾਹੀਦਾ ਹੈ ਰਾਸ਼ਨਿੰਗ ਕਰ ਦੇ। ਜਿਸ ਤਰ੍ਹਾਂ ਤੁਹਾਨੂੰ ਯਾਦ ਆ, ਉਹ ਮੈਨੂੰ ਯਾਦ ਆ ਛੋਟੇ ਹੁੰਦੇ ਇੱਕ ਕੋਆਪਰੇਟਿਵ ਸਟੋਰ ਇੰਡੀਆ ਦੇ ਹੁੰਦੇ ਸੀਗੇ, ਉੱਥੋਂ ਕੁਛ ਚੀਜ਼ਾਂ ਜਿਹੜੀਆਂ ਉਹ ਰਾਸ਼ਨ 'ਤੇ ਤੁਹਾਨੂੰ ਮਿਲਦੀਆਂ ਸੀ, ਇਹ ਰਾਸ਼ਨ ਡੀਪੂ ਹੁੰਦੇ ਸੀ ਵੀ, ਉਹ ਸਰਕਾਰ ਦਾ ਕੰਮ ਨਹੀਂ ਹੈ। ਸੋ ਦੀ ਕੰਟਰੀਜ਼ ਲਾਈਕ ਇੰਡੀਆ ਵਾਜ਼ ਆਲਸੋ a socialist country. They moved away from socialism towards capitalism. So it is the capitalism ਦੇ ਅੰਦਰ ਵੀ ਬੜੇ ਸਾਰੇ ਫਲॉज ਹੈਗੇ ਨੇ। ਜਦ ਦੇਖੋ ਵੀ ਕੈਪੀਟਲਿਜ਼ਮ ਬੜਾ ਆਈਡੀਅਲਿਸਟਿਕ ਸਿਸਟਮ ਹੈ, ਨਹੀਂ ਹੈਗਾ, ਲੇਕਿਨ ਇਹਦਾ ਕੋਈ ਬਿਹਤਰ ਅਲਟਰਨੇਟਿਵ ਵੀ ਨਹੀਂ ਹੈਗਾ ਆ। ਵੀ ਇਹ ਬਿਹਤਰ ਅਲਟਰਨੇਟਿਵ ਜੇ ਤੁਸੀਂ ਕਹੋ ਵੀ ਕਮਿਊਨਿਜ਼ਮ ਸੀ ਜਾਂ ਸੋਸ਼ਲਿਜ਼ਮ ਸੀ, ਉਹ ਵੀ ਫੇਡ ਆਊਟ ਹੋ ਗਿਆ ਆਪਣੇ ਟਾਈਮ ਦੇ ਨਾਲ। ਔਰ ਈਵਨ ਕੰਟਰੀਜ਼ ਲਾਈਕ ਚਾਈਨਾ ਵਾਜ਼ ਅ ਕਮਿਊਨਿਸਟ ਕੰਟਰੀ, ਲੇਕਿਨ ਚਾਈਨਾ ਇਜ਼ no longer 100% communist country the way USSR was. ਸਿਰਫ ਫਾਰਮ ਆਫ ਗਵਰਨਮੈਂਟ ਹੀ ਕਮਿਊਨਿਸਟ ਹੈ, ਬਾਕੀ ਤੇ ਹਾਂ ਪਾਰਟ ਆਫ ਕੈਪੀਟਲਿਜ਼ਮ ਵੀ ਹੈ, ਬਾਕੀ ਤੇ ਕੈਪੀਟਲਿਸਟ ਹੀ ਬਣਾਤਾ ਉਹਨਾਂ ਨੇ ਹੁਣ। ਨਹੀਂ, ਸਾਰਾ ਕੈਪੀਟਲਿਜ਼ਮ ਤੇ ਨਹੀਂ ਹੈ ਸਰ, ਉਹ ਹਜੇ ਵੀ ਉੱਥੇ ਕਾਫੀ ਹੱਦ ਤੱਕ ਮੇਜਰ ਪੋਰਸ਼ਨ ਇਸ ਜਿਵੇਂ ਚਾਹ 'ਚ ਕਹਿ ਲਓ ਦੁੱਧ ਪਾਇਆ, ਮਤਲਬ ਇੰਨਾ ਨਹੀਂ ਹੈ ਵੀ ਦੁੱਧ 'ਚ ਪੱਤੀ ਪੈ ਗਈ ਉੱਥੇ, ਮਤਲਬ ਹਲੇ ਵੀ ਦੇਰ ਇਜ਼ ਅ ਮੇਜਰ ਪਾਰਟ ਇਜ਼ ਕਮਿਊਨਿਜ਼ਮ ਹੈਗਾ ਆ। ਔਰ ਇਸੇ ਕਰਕੇ ਚਾਈਨਾ ਇਜ਼ ਪੇਇੰਗ ਪ੍ਰਾਈਸ ਫੋਰ ਇਟ। ਔਰ ਇਸੇ ਕਰਕੇ ਤੁਸੀਂ ਦੇਖੋ ਵੀ ਚਾਈਨਾ ਔਰ US ਦਾ
ਮੇਜਰ ਕਨਫਰੰਟੇਸ਼ਨ ਵੀ ਇਹੀ ਹੈ ਵਾਈ US ਦੀ ਜਿਹੜੀ ਦੋਸਤੀ ਇੰਡੀਆ ਨਾਲ ਜ਼ਿਆਦਾ ਹੈ ਡੈਮੋਕ੍ਰੇਸੀਜ਼ ਕਰਕੇ ਹੈ ਦੇ ਆਰ ਬਿਗ ਪ੍ਰੋਫੈਸਰ ਆਫ ਡੈਮੋਕ੍ਰੇਸੀਜ਼ ਔਰ ਇਹ ਦੇਖਿਆ ਗਿਆ ਜੀ ਕਿ ਡੈਮੋਕ੍ਰੇਸੀ ਵਰਕਸ ਬੈਟਰ ਵਿਦ ਦ ਕੈਪੀਟਲਿਜ਼ਮ ਦੇ ਬੋਥ ਗੋ ਹੈਂਡ ਇਨ ਹੈਂਡ ਵਿਦ ਈਚ ਅਦਰ ਔਰ ਇਹਦੇ 'ਚ ਵੀ ਫਲॉज ਹੈਗੇ ਨੇ ਕੋਈ ਨਹੀਂ ਕਿ ਬਹੁਤ ਅਸੀਂ ਵਾਪਸ ਆਪਣੇ ਆਉਂਦੇ ਟੌਪਿਕ ਵੱਲ ਜਿਹੜੇ ਟੈਕਸਿਸ ਬਾਰੇ ਜਦੋਂ ਗੱਲ ਹੁੰਦੀ ਹੈ ਤੇ ਇੱਕ ਜਿਹੜਾ ਸਭ ਤੋਂ ਵੱਧ ਮੈਂ ਜੇ ਦੇਖਾਂ ਇੱਥੇ ਕਮੈਂਟ ਮੇਰੇ ਕੋਲ ਆਉਂਦਾ ਜਿਹੜਾ ਲਗਾਤਾਰ ਹੀ ਆਉਂਦਾ ਤਕਰੀਬਨ ਹਰ ਰੋਜ਼ ਕੋਈ ਨਾ ਕੋਈ ਜੀ ਉਹ ਜਿਹੜੇ ਆਪਣੇ ਭਾਈਚਾਰੇ ਦੇ ਮੈਂਬਰ ਨੇ ਮੈਨੂੰ ਨਹੀਂ ਪਤਾ ਵੀ ਬਾਕੀ ਕਮਿਊਨਿਟੀ 'ਚ ਇਹ ਵੀ ਹੋਏਗਾ ਇੱਦਾਂ ਕਿ ਸਭ ਤੋਂ ਵੱਧ ਉਹ ਸਵਾਲ ਕਰਦੇ ਨੇ ਜਾਂ ਐਗਜ਼ਾਮਪਲ ਦਿੰਦੇ ਨੇ ਕਿ ਜੀ ਯੂਕਰੇਨ ਦਾ ਸਰਕਾਰ ਨੂੰ ਜ਼ਿਆਦਾ ਫਿਕਰ ਹੈ ਸਾਡੀ ਹਾਲਤ ਮਾੜੀ ਹੋਈ ਹੈ ਯੂਕਰੇਨ ਨੂੰ ਪੈਸੇ ਦਿੱਤੇ ਜਾ ਰਹੇ ਨੇ ਉਹ ਸਾਡੇ ਟੈਕਸ ਮਨੀ ਹੈ ਜੀ ਜਿਹੜੀ ਕਿ ਸਰਕਾਰ ਆਪਣੇ ਇੰਟਰਨੈਸ਼ਨਲ ਲੈਵਲ ਤੇ ਆਪਣਾ ਕੁਝ ਜਿਹੜੀ ਆਬਲੀਗੇਸ਼ਨਸ ਹੁੰਦੀਆਂ ਸਰ ਦੇਖੋ ਸਰਕਾਰ ਦੀਆਂ ਆਪਣੀਆਂ ਯੂਨਾਈਟਿਡ ਨੇਸ਼ਨ ਲੈਵਲ ਤੇ ਆਬਲੀਗੇਸ਼ਨਸ ਹੈ ਵੀ ਤੁਸੀਂ ਹਰ ਇੱਕ ਕੰਟਰੀ ਦਾ ਕੋਟਾ ਹੈਗਾ ਵੀ ਤੁਸੀਂ ਮੋਹਰੀ ਬਣੇ ਹੋਏ ਇੱਕ ਪਾਸੇ ਹਿਊਮਨ ਰਾਈਟਸ ਦੇ ਤੇ ਫਿਰ ਤੁਹਾਨੂੰ ਫਿਰ ਉਹਨੇ ਰੈਫਿਊਜੀ ਵੀ ਲੈਣੇ ਪੈਣੇ ਆ ਇਹ ਇਕੱਲਾ ਹੀ ਤੁਸੀਂ ਗੱਲਾਂ ਨਾਲ ਨਹੀਂ ਸਰ ਜਾਂਦਾ ਤੇ ਇਸ ਤਰ੍ਹਾਂ ਹੀ ਤੁਸੀਂ এনवायरमेंट ਦੀ ਬੜੀ ਵੱਡੇ ਮੋਹਰੀ ਬਣੇ ਹੋਏ ਆ ਜੀ ਅਸੀਂ ਇੰਨੇ এনवायरमेंट ਫ੍ਰੈਂਡਲੀ ਕੰਟਰੀ ਹੈਗੇ ਆ ਗ੍ਰੀਨ ਇਕਨੋਮੀ ਬਣਾਉਣੀ ਹੈ ਤੇ ਨੈਚੁਰਲੀ ਦੈਨ ਯੂ ਹੈਵ ਟੂ ਰਿਡਿਊਸ ਯੋਰ ਕਾਰਬਨ ਐਂਡ ਫਿਰ ਉਹਦਾ ਟੈਕਸ ਲਗਵਾ ਕੇ ਤੁਹਾਨੂੰ ਉਹ ਕਰਨਾ ਪੈਣਾ ਆ ਤੇ ਹਾਂ ਇਹ ਜ਼ਰੂਰ ਹੈ ਕਿ ਆਮ ਨਾਗਰਿਕ ਜਿਹੜਾ ਹੈ ਦੇਖੋ ਪਹਿਲਾਂ ਜਦੋਂ ਅਫਗਾਨਿਸਤਾਨ 'ਤੇ ਫੀਲ ਕਰਦੇ ਸੀ ਵੀ ਅਫਗਾਨਿਸਤਾਨ ਤੋਂ ਇੰਨੇ ਬੰਦੇ ਆ ਗਏ ਫਿਰ ਸੀਰੀਆ 'ਤੇ ਫੀਲ ਕਰਦੇ ਸੀ ਸੀਰੀਅਨ ਰੈਫਿਊਜੀਜ਼ ਬੜੇ ਆ ਗਏ ਸੀ ਹੁਣ ਇਹਦੇ 'ਤੇ ਹੁਣ ਅੱਜ ਤੁਸੀਂ ਜਿਹੜੀ ਯੂਕਰੇਨ ਦੀ ਗੱਲ ਕਰ ਰਹੇ ਆ ਬਟ ਕੈਨੇਡਾ ਇਜ਼ ਅ ਵੈਰੀ ਸਮਾਰਟ ਕੰਟਰੀ ਆਲਸੋ ਇਹ ਇਸ ਤਰ੍ਹਾਂ ਨਹੀਂ ਹੈ ਕਿ ਫ੍ਰੀ ਖੈਰਾਤ ਦੇ ਰਹੇ ਹੈ ਸਰ ਇਹਨਾਂ ਨੇ ਜੋ ਮੈਨੂੰ ਲੱਗਦਾ ਹੈ ਕਿ ਕੱਲ੍ਹ ਨੂੰ ਜਦੋਂ ਰੀਸਟਰਕਚਰਿੰਗ ਹੋਣੀ ਹੈ ਡਿਵੈਲਪਮੈਂਟ ਹੋਣੀ ਹੈ ਯੂਕਰੇਨ ਦੇ ਅੰਦਰ which countries will benefit the most? Canada will be one of those countries who will benefit ਔਰ ਇਹ ਫਿਊਚਰ ਦੇ ਅੰਦਰ ਇਨਵੈਸਟਮੈਂਟ ਵੀ ਹੈ ਸੈਕੰਡ ਤੁਹਾਡੀਆਂ ਇੰਟਰਨੈਸ਼ਨਲ ਆਬਲੀਗੇਸ਼ਨਸ ਵੀ ਹੈਗੀਆਂ ਸੁਰਿੰਦਰਪਾਲ ਜੀ ਤੁਸੀਂ ਹੁਣ ਸਾਰਾ ਜਿਵੇਂ ਦੱਸਿਆ ਐਕਸਪਲੇਨ ਕਰਕੇ ਕਿ ਕਿੰਨੇ ਕੁ ਟੈਕਸ ਇੱਕ ਐਵਰੇਜ ਕੈਨੇਡੀਅਨ ਪੇ ਕਰਦਾ 24-25 ਹਜ਼ਾਰ ਇਹ ਐਵਰੇਜ ਬਣ ਗਈ ਆ ਜੀ ਤੇ ਇੱਕ ਜਿਹੜੀ ਕਾਮਨ ਸਾਡੀ ਕਮਿਊਨਿਟੀ 'ਚ ਇੱਕ ਪਰਸੈਪਸ਼ਨ ਹੈ ਹੁਣ ਕਿ ਜਿਹੜੇ ਕੰਮ ਜੌਬਸ ਕਰਨ ਵਾਲੇ ਬੰਦੇ ਨੇ ਜੀ ਵੀ ਉਹ ਹਰ ਪਾਸਿਓਂ ਘਾਟੇ 'ਚ ਨੇ ਉਹਨਾਂ ਦਾ ਕੁਝ ਬਣਦਾ ਨਹੀਂ ਹੈ ਤੇ ਇਸ ਕੰਟਰੀ ਦਾ ਜਿਹੜਾ ਸਾਰਾ ਸਿਸਟਮ ਹੈ ਉਹ ਸਪੋਰਟ ਹੀ ਉਹਨਾਂ ਨੂੰ ਕਰਦਾ ਜਿਹੜੇ ਮਾੜੇ ਮੋਟੇ ਕੋਈ ਟੈਕਸ ਚੋਰੀ ਕਰ ਸਕਦੇ ਨੇ ਸੈਲਫ ਇੰਪਲੋਇਡ ਦੇ ਰੂਪ 'ਚ ਜਾਂ ਬਿਜ਼ਨਸ ਦੇ ਰੂਪ 'ਚ ਜੀ ਕਿਉਂਕਿ ਤੁਸੀਂ ਇੱਕ EMPLOYE ਦੇ ਤੌਰ ਤੇ ਉਹਨਾਂ ਟੈਕਸ ਨਹੀਂ ਚੋਰੀ ਕਰ ਸਕਦੇ ਇਨਕਮ ਤੁਹਾਡੀ ਉਹੀ ਰਹਿਣੀ ਹੈ ਜੀ ਗਰੋਥ ਇਨਕਮ ਦੀ ਉਹ ਵੀ ਲਿਮਿਟਡ ਰਹਿਣੀ ਹੈ ਜੀ ਤੇ ਇਸ ਕਰਕੇ ਜੇ ਇਸ ਕੰਟਰੀ 'ਚ ਬਚਣਾ ਹੈ ਤੇ ਤੁਹਾਨੂੰ ਜਾਂ ਤਾਂ ਸੈਲਫ ਇੰਪਲੋਇਡ ਉਹਦੇ 'ਚ ਜਾਣਾ ਪਊਗਾ ਜਾਂ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰੋ ਜੀ ਇਹ ਮਤਲਬ ਉਹਨਾਂ ਦੀ ਆਰਗੂਮੈਂਟ ਇਹ ਹੁੰਦੀ ਕਿ ਇਹ ਸਾਡੇ ਟੈਕਸ ਸਿਸਟਮ ਦਾ ਨਤੀਜਾ ਦੇਖੋ ਸਰ ਦੋਨੋਂ ਗੱਲਾਂ ਆ ਜਿਹੜਾ EMPLOYE ਹੈ ਉਹਦੇ ਕੋਲ ਸੇਫਟੀ ਨੈਟਵਰਕ ਵੀ ਹੈਗਾ ਆ EMPLOYE ਨੇ ਪਹਿਲੀ ਗੱਲ ਤਾਂ ਸਵੇਰੇ 9 ਵਜੇ ਜਾਣਾ 5 ਵਜੇ ਆ ਜਾਣਾ ਆਰਾਮ ਨਾਲ ਉਹਨੇ ਫਿਰ ਸ਼ਾਮ ਨੂੰ ਘਰ ਬੈਠਣਾ ਆ ਜਿਹੜਾ ਇੱਕ ਸੈਲਫ ਇੰਪਲੋਇਡ ਬੰਦਾ ਆ ਉਹਨੇ ਸਰ ਪਹਿਲੀ ਗੱਲ ਤਾਂ ਇਹ ਆ ਵੀ ਉਹਨੇ ਪੈਨਸ਼ਨ ਬੈਨੀਫਿਟ ਉਹਨੂੰ ਨਹੀਂ ਮਿਲਣੇ ਜਿੰਨੇ ਕਿ EMPLOYE ਨੂੰ ਮਿਲਣੇ ਸੈਲਫ ਇੰਪਲੋਇਡ ਬੰਦੇ ਕੋਲ ਜੇ ਕੰਮ ਨਹੀਂ ਮਿਲਿਆ ਹਫ਼ਤਾ ਕੰਮ ਨਹੀਂ ਮਿਲਿਆ ਤਾਂ ਉਹਦੇ ਕੋਲ ਤਾਂ ਕੋਈ ਸੇਫਟੀ ਨੈਟਵਰਕ ਨਹੀਂ ਹੈਗਾ ਜੇ 6 ਮਹੀਨੇ ਕੰਮ ਨਹੀਂ ਮਿਲਿਆ ਕੋਈ ਸੇਫਟੀ ਨੈਟਵਰਕ ਨਹੀਂ ਹੈ EMPLOYE ਕੋਲ ਹੈਗਾ ਵੀ EI ਤੇ ਜਾ ਸਕਦਾ 8-9 ਮਹੀਨੇ EI ਮਿਲਦਾ ਆ ਮੈਟਰਨਿਟੀ ਬੈਨੀਫਿਟਸ ਹੈ ਸਪੈਸ਼ਲੀ ਫॉर ਦ ਵੂਮਨ ਪੈਟਰਨਿਟੀ ਬੈਨੀਫਿਟ ਫॉर ਮੈਨ ਆਲਸੋ ਤੇ ਉਹ ਬੈਨੀਫਿਟਸ ਹੈਗੇ ਨੇ ਪਰ ਐਟ ਦ ਸੇਮ ਟਾਈਮ ਜੋ ਸਟ੍ਰੈਸ ਸੈਲਫ ਇੰਪਲੋਇਡ ਜਾਂ ਬਿਜ਼ਨਸਮੈਨ ਲੈਂਦਾ ਆ ਉਹ EMPLOYE ਕੋਲ ਸਟ੍ਰੈਸ ਨਹੀਂ ਹੈਗਾ ਇਹ ਮੈਂ ਦੋਨੋਂ ਚੀਜ਼ਾਂ ਦੇਖ ਕੇ ਚੁੱਕਿਆ ਜੀ ਮੈਂ EMPLOYE ਵੀ ਰਿਹਾ ਔਰ ਮੈਂ ਸੈਲਫ ਇੰਪਲੋਇਡ ਵੀ ਹਾਂ ਹੁਣ ਦੇਖੋ ਮੈਂ ਜਦੋਂ ਤੁਸੀਂ ਹੁਣ ਦੇਖੋ ਵੀ ਕੀ ਫਾਇਦੇ ਕੀ ਨੁਕਸਾਨ ਹੈ ਮੈਂ ਤੁਹਾਨੂੰ ਐਗਜ਼ਾਮਪਲ ਆਪਣੇ ਤੋਂ ਦੇ ਦਿੰਦਾ ਕਿ ਆਈ ਕੁਡ ਵਰਕ ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ ਜੋ ਪਹਿਲੇ ਮੈਨੂੰ ਆਫਰ ਕਰਦੇ ਸੀਗੇ ਵੀ ਤੂੰ ਆ ਜਾ ਇੰਨੀ ਤੁਹਾਨੂੰ ਤਨਖਾਹ ਦੇਵਾਂਗੇ ਤੇ ਉਹ ਜੇ ਮੈਂ ਉਹ ਕਰਦਾ ਹਾਂ ਤੇ ਮੈਨੂੰ ਠੀਕ ਹੈ ਇੱਕ ਪ੍ਰੋਪਰ ਵਧੀਆ ਮੈਨੂੰ ਪੈਸੇ ਮਿਲਦੇ ਰਹਿਣਗੇ ਲੇਕਿਨ ਮੇਰੇ ਗਰੋਥ ਪੋਟੈਂਸ਼ੀਅਲ ਨਹੀਂ ਹੈ ਉਹਦੇ 'ਚ ਮੈਂ ਫਿਰ ਰਿਸਕ ਇਹ ਲਿਆ ਕਿ ਵੀ ਮੈਂ ਆਪਣੀ ਪੈਨਸ਼ਨ ਨੂੰ ਫੋਰਫਿਟ ਕੀਤਾ ਆਪਣੀ ਜਿਹੜੀ ਕੰਫਰਟ ਲੈਵਲ ਨੂੰ ਫੋਰਫਿਟ ਕੀਤਾ ਤੀਸਰਾ ਜਿਹੜਾ ਹੈ ਕਿ ਮੈਂ ਟਾਈਮ ਜਿਹੜਾ ਹੈ 18 ਘੰਟੇ ਦਿਨ 'ਚ ਲਗਾਏ ਆ 7 ਦਿਨ ਕੰਮ ਕੀਤਾ ਹਫ਼ਤੇ ਲਗਾਤਾਰ 7 ਦਿਨ ਕੰਮ ਕੀਤਾ 10 ਸਾਲ ਪਹਿਲਾਂ ਫਿਰ ਆਪਣਾ ਇੱਕ ਕਲਾਇੰਟਲ ਬੇਸ ਬਣਾਇਆ ਹੁਣ ਠੀਕ ਹੈ ਆਈ ਐਮ ਇਨ ਅ ਮੋਰ ਕੰਫਰਟ ਜ਼ੋਨ ਲੇਕਿਨ ਦੇਰ ਇਜ਼ ਅ ਪੇਨ ਬਿਹਾਈਂਡ ਇਟ ਜਿਹੜਾ EMPLOYE ਹੈ ਉਹ ਪੇਨ ਨੂੰ ਦੇਖਦਾ ਨਹੀਂ ਹੈ ਲੇਕਿਨ ਜਿਹੜਾ ਸੈਲਫ ਇੰਪਲੋਇਡ ਹੈ ਕੰਸਲਟੈਂਟ ਹੈ ਬਿਜ਼ਨਸਮੈਨ ਹੈ ਉਹ EMPLOYE ਨੂੰ ਉਹ ਫੀਲ ਕਰਦਾ ਆ ਜਿਹੜਾ EMPLOYE ਹੈ ਉਹਨੂੰ ਪਤਾ ਹੀ ਨਹੀਂ ਹੈ ਵੀ ਆਹ ਪੇਨ ਕਿੰਨਾ ਕੁ ਹੁੰਦਾ
ਐਂਡ ਐਵਰੀਥਿੰਗ ਇਜ਼ ਰਿਸਕ ਰਿਵਾਰਡਡ ਹੈਗਾ ਆ। ਔਰ ਜੇ ਤੁਸੀਂ ਗਰੋਥ ਕਰਨੀ ਹੈ, ਗਰੋ ਕਰਨਾ ਆ, ਤੇ ਨੈਚੁਰਲੀ ਸਰ ਸੈਲਫ ਇੰਪਲੋਇਡ ਜਾਂ ਕੰਸਲਟੈਂਟ ਜਾਂ ਬਿਜ਼ਨਸਮੈਨ ਇਜ਼ ਦੀ ਫਿਊਚਰ ਡਾਇਰੈਕਸ਼ਨ, ਨਾਟ ਐਜ਼ ਐਨ ਇੰਪਲੋਈ ਤੁਸੀਂ ਕੁਛ ਖੇਤਰਾਂ ਦੇ ਅੰਦਰ, ਜਿਵੇਂ ਤੁਸੀਂ ਕਹ ਲਓ ਡਾਕਟਰ ਹੈਗੇ ਆ, ਹੁਣ ਡਾਕਟਰ ਜਿਹੜਾ ਹੈ, ਜੇ ਤੁਸੀਂ ਇੰਪਲੋਈ ਹੈ ਉਹ ਗਰੋ ਕਰ ਸਕਦਾ ਹੈ, ਸਾਇੰਟਿਸਟ ਹੈ ਉਹ ਕਰ ਸਕਦਾ ਹੈ, ਲੇਕਿਨ ਕੁਝ ਟੀਚਰ ਹੈ ਉਹਦੇ ਲਈ ਠੀਕ ਹੈ ਵੀ ਉਹ ਵਧੀਆ ਹੈ, ਟੀਚਰ ਨੂੰ ਬੀਇੰਗ ਅ ਸੈਲਫ ਇੰਪਲੋਇਡ ਕੋਈ ਇੰਨੇ ਪੈਸੇ ਜ਼ਿਆਦਾ ਨਹੀਂ ਮਿਲਣੇ ਹੈਗੇ। ਸਡਨ ਪ੍ਰੋਫੈਸ਼ਨ, ਹੁਣ ਟਰੱਕ ਡਰਾਈਵਰ ਹੈ, ਹੁਣ ਟਰੱਕ ਡਰਾਈਵਰ ਦੀ ਐਗਜ਼ਾਮਪਲ ਲੈ ਲਓ। ਟਰੱਕ ਡਰਾਈਵਰ ਸਾਡੇ ਮੋਸਟਲੀ ਜਿਹੜੇ ਸਰੋਤੇ ਟਰੱਕ ਡਰਾਈਵਿੰਗ ਕਰਦੇ ਆ, ਤੁਸੀਂ ਉਹਨੂੰ ਪੁੱਛ ਕੇ ਦੇਖੋ ਵੀ ਤੁਹਾਨੂੰ ਪੇਰੋਲ 'ਤੇ ਜਾ ਕੇ ਜਾਂ ਉਹ 'ਤੇ ਕੀ ਫਾਇਦਾ ਆ। 80% ਕਹਿਣਗੇ ਵੀ ਅਸੀਂ ਪੇਰੋਲ 'ਤੇ ਨਹੀਂ ਜਾਣਾ। ਔਰ ਜਿਹੜੇ ਬੰਦੇ ਸੈਲਫ ਇੰਪਲੋਇਡ ਟਰੱਕ ਡਰਾਈਵਰ ਨੇ, ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਵਿਚਾਰਿਆਂ ਨੂੰ ਵੀ 4-4 ਦਿਨ ਤਾਂ ਲੋਡ ਹੀ ਨਹੀਂ ਮਿਲਦਾ ਉਹਨਾਂ ਨੂੰ। ਜਿਹੜਾ ਇੰਪਲੋਈ ਉਹਨੂੰ ਤਾਂ ਪੱਕੀ ਤਨਖਾਹ ਮਿਲਣੀ ਹੈ, ਜੇ ਕੰਪਨੀ ਅੱਜ ਲੇ ਆਫ ਦੇ ਦੇਗੀ ਤੇ ਤਾਂ ਵੀ ਉਹਨੂੰ 8-9 ਮਹੀਨੇ ਤਨਖਾਹ ਮਿਲਣੀ ਹੈ। ਲੇਕਿਨ ਜਿਹੜਾ ਵਿਚਾਰੇ ਨੇ ਟਰੱਕ ਆਪਣਾ ਰਿਸਕ ਲੈ ਕੇ ਪਾਇਆ, ਰਾਤ ਦੀ ਨੀਂਦ ਗਵਾਈ ਹੋਈ ਆ, ਉਹਨੂੰ ਪਤਾ ਹੀ ਨਹੀਂ ਕੱਲ੍ਹ ਨੂੰ ਲੋਡ ਮਿਲਣਾ ਕਿ ਨਹੀਂ ਮਿਲਣਾ, ਟਰੱਕ ਦੀ ਕਿਸ਼ਤ ਵੀ ਜਾਣੀ ਆ, ਘਰ ਦੀ ਕਿਸ਼ਤ ਵੀ ਜਾਣੀ ਆ, ਤਾਂ ਉਹਨੂੰ ਸਟ੍ਰੈਸ ਪੁੱਛ ਕੇ ਦੇਖੋ। ਮਤਲਬ ਦੋਨੋਂ ਚੀਜ਼ਾਂ ਅਲੱਗ-ਅਲੱਗ ਨੇ ਸਰ। ਇੱਕ ਕਮੈਂਟ ਹੈ, ਮੇਬੀ ਤੁਸੀਂ ਇਸ 'ਤੇ ਕਮੈਂਟ ਕਰ ਸਕੋ, ਕਿਉਂਕਿ ਇਹ ਮਹਿਸੂਸ ਕਰਦੇ ਨੇ ਬਹੁਤ ਸਾਰੇ ਲੋਕ ਕਿ ਜਿਹੜਾ ਅਸੀਂ ਟੈਕਸ ਪੈਸਾ ਦਿੰਦੇ ਹਾਂ ਸਰਕਾਰ ਨੂੰ, ਇਹਦਾ ਸਰਕਾਰਾਂ ਵੀ ਕਿਵੇਂ ਇਹਦੀ ਸਹੀ ਵਰਤੋਂ ਨਹੀਂ ਕਰਦੀਆਂ, ਉਹਦੇ ਬਾਰੇ ਹੈ ਕਿ ਇਹ ਦੋਸਤਾਂ ਅਤੇ ਫੈਮਲੀਜ਼ ਦੀਆਂ ਜਿਹੜੀਆਂ ਚੈਰਿਟੀਜ਼ ਨੂੰ ਅਤੇ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਾਂ ਨੂੰ ਜਾਂਦਾ, ਜਿਨ੍ਹਾਂ ਦੀ ਕੋਈ ਪ੍ਰੋਪਰ ਆਡਿਟ ਨਹੀਂ ਹੈ, ਅਤੇ ਇਸ ਤਰੀਕੇ ਨਾਲ ਇਹਦੀ ਦੁਰਵਰਤੋਂ ਹੁੰਦੀ ਹੈ। ਦੇਖੋ ਸਰ, ਫਿਰ ਇਹ ਸਾਡੇ ਨਾਗਰਿਕ ਦਾ ਕੰਮ ਹੈ ਕਿ ਚੰਗੀ ਸਰਕਾਰ ਲੈ ਕੇ ਆਉਣਾ, ਚੰਗੇ ਬੰਦਿਆਂ ਦੀ ਸਰਕਾਰ ਬਣਾਉਣਾ, ਜਿਹੜੇ ਇਸ ਚੀਜ਼ ਨੂੰ ਨਾ ਕਰਨ, ਜਾਂ ਕਰਦੇ ਹੋਣਗੇ ਪੋਲੀਟੀਸ਼ੀਅਨਸ ਕਰਦੇ ਆ ਔਰ ਕਰਦੇ ਹੋਣਗੇ ਵੀ। ਇਹਦੇ 'ਚ ਫਿਰ ਸਾਡਾ ਆਪਣਾ ਕੰਮ ਹੈ ਵੀ ਦੈਨ ਵੀ ਹੈਵ ਇਲੈਕਟੋਰਲ ਸਿਸਟਮ ਕਿ ਵੀ ਅਸੀਂ ਉਹਨੂੰ ਉਸੇ ਬੰਦੇ ਨੂੰ ਇਲੈਕਟ ਕਰੀਏ ਜਿਹੜੇ ਬੰਦੇ ਆਨੈਸਟ ਨੇ ਔਰ ਤੁਹਾਡੇ ਪੈਸੇ ਦਾ ਸਹੀ ਮਤਲਬ ਖਰਚਾ ਕਰਨਗੇ, ਜਾਂ ਸਹੀ ਪਾਲਿਸੀਜ਼ ਨੇ ਜਿਹਨਾਂ ਪਾਰਟੀਆਂ ਦੀਆਂ, ਇਹਨਾਂ ਬਾਰੇ ਆਪਣੇ ਆਪ ਨੂੰ ਐਜੂਕੇਟ ਕੀਤਾ ਜਾਏ। ਜੀ, ਐਜੂਕੇਟ ਕਰਨਾ ਇਸ ਕਰਕੇ, ਜਿਵੇਂ ਆਪਣੇ ਇੱਕ ਚੀਜ਼ ਹੈ ਨਾ, ਮੈਨੂੰ ਇਹ ਮਹਿਸੂਸ ਹੁੰਦੀ ਤੁਹਾਡੀ ਅੱਜ ਦੀ ਗੱਲ ਤੋਂ ਜਿਹੜੀ ਮੈਂ ਲਰਨ ਕੀਤੀ, ਕਿ ਜਿਵੇਂ ਆਪਣੇ ਇੱਕ ਆਮ ਪਾਪੂਲਰ ਇੱਕ ਗੱਲ ਸਿਆਣੇ ਲੋਕ ਕਹਿੰਦੇ ਹੁੰਦੇ ਨੇ ਕਿ ਜਿਹੜੀ ਚੀਜ਼ 'ਤੇ ਪੈਸੇ ਖਰਚੇ ਹੋਣ ਨਾ, ਬੰਦਾ ਉਹ ਬੜੇ ਧਿਆਨ ਨਾਲ, ਜੇ ਮਤਲਬ ਖਾਣੇ ਦੇ ਪੈਸੇ ਦਿੱਤੇ ਹੋਣ, ਖਰਾਬ ਹੋਇਆ ਖਾਣਾ ਵੀ ਖਾਂਦਾ। ਯੈਸ। ਅਤੇ ਜੇ ਫ੍ਰੀ ਦੀ ਚੀਜ਼ ਹੋਵੇ ਤਾਂ ਬੰਦਾ ਦਵਾਈ ਵੀ ਨਹੀਂ ਲੈਂਦਾ, ਲੱਗਦੀ ਨਹੀਂ ਕਹਿੰਦੇ। ਬਿਲਕੁਲ। ਪਰ ਜੇ ਹੁਣ ਆਮ ਕੈਨੇਡੀਅਨ ਇਹ ਸਮਝੇ ਕਿ ਜੋ ਕੁਛ ਵੀ ਸਰਕਾਰ ਖਰਚ ਕਰ ਰਹੀ ਹੈ ਉਹ ਸਾਡਾ ਪੈਸਾ ਲੱਗਿਆ ਹੋਇਆ ਉਹਦੇ 'ਚ ਜੀ, ਅਤੇ ਉਹ ਜ਼ਿਆਦਾ ਆਪਣੀਆਂ ਸਰਕਾਰਾਂ ਨੂੰ ਅਕਾਊਂਟੇਬਲ ਬਣਾਉਣਗੇ, ਜ਼ਿਆਦਾ ਧਿਆਨ ਨਾਲ ਪਾਰਟੀਆਂ ਦੀ ਚੋਣ ਕਰਨਗੇ, ਪਾਰਟੀਆਂ ਨੂੰ ਜ਼ਿਆਦਾ ਧਿਆਨ ਨਾਲ ਸਵਾਲ ਕਰਨਗੇ, ਜੋ ਇਹ ਮਹਿਸੂਸ ਕਰਨਗੇ ਸਾਰੇ ਸਿਸਟਮ 'ਚ ਮੇਰਾ ਪੈਸਾ ਲੱਗਿਆ ਹੋਇਆ। ਬਿਲਕੁਲ ਸਰ, ਬਿਲਕੁਲ। ਤੁਸੀਂ ਆਪਣੀ ਤੁਹਾਡੀ ਪਾਰਟੀਸਪੇਸ਼ਨ ਹੈ ਔਰ ਤੁਹਾਡੀ ਆਪਣੀ ਸਰਕਾਰ ਹੈ ਔਰ ਤੁਹਾਡਾ ਆਪਣਾ ਪੈਸਾ ਹੈਗਾ ਔਰ ਤੁਹਾਡਾ ਕੰਮ ਹੈ ਉਹਨੂੰ ਦੇਖਣਾ ਵੀ ਸਹੀ ਲੱਗਿਆ ਕਿ ਨਹੀਂ ਲੱਗਿਆ ਔਰ ਸਹੀ ਜਗ੍ਹਾ ਯੂਜ਼ ਕਰ ਰਹੇ ਕਿ ਨਹੀਂ ਕਰ ਰਹੇ। ਜਿਵੇਂ ਤੁਸੀਂ ਗੱਲ ਕੀਤੀ ਹੁਣੇ ਵੀ ਆਪਣੀ ਕਿਸੇ ਫਰੈਂਡਸ ਦੀ ਚੈਰਿਟੀ ਨੂੰ ਪੈਸੇ ਦੇ ਦਿੰਦੇ ਆ, ਦੈਟਸ ਐਬਸੋਲੂਟਲੀ ਰੋਂਗ। ਉਹ ਤਾਂ ਬਲਕਿ ਗੈਰ ਕਾਨੂੰਨੀ ਹੈ ਔਰ ਉਹਨੂੰ ਰੋਕਣਾ ਚਾਹੀਦਾ ਸਰ। ਕਿਉਂਕਿ ਹਰ ਬੰਦਾ, ਜਿਵੇਂ ਤੁਸੀਂ ਦੱਸ ਰਹੇ ਹੋ, ਹਰ ਬੰਦਾ 20-25 ਹਜ਼ਾਰ ਖਰਚ ਰਿਹਾ ਇਸ ਸਰਕਾਰ ਸਿਸਟਮ ਨੂੰ ਚੱਲਦਾ ਰੱਖਣ 'ਤੇ ਜੀ, ਅਤੇ ਉਹ ਆਪਣੇ 20-25 ਹਜ਼ਾਰ ਦਾ ਹਿਸਾਬ ਤਾਂ ਉਹਨੂੰ ਕਰਨਾ ਚਾਹੀਦਾ, ਹਰ ਇੱਕ ਨੂੰ ਕਰਨਾ ਚਾਹੀਦਾ ਸਰ। ਹਾਂਜੀ, ਯੈਸ। ਮੇਰੇ ਖਿਆਲ ਇਹ ਇੱਕ ਅਪਰੋਚ ਹੋ ਸਕਦੀ, ਇੱਕ ਵਧੀਆ ਜਿਹੜਾ ਇੱਕ ਅਵੇਅਰ ਸਿਟੀਜ਼ਨ ਬਣਨ ਵਾਸਤੇ। ਦੇਖੋ ਸਰ, ਦਾ ਫਸਟ ਥਿੰਗ ਇਜ਼ ਟੂ ਬੀ ਅ ਸਿਟੀਜ਼ਨ। ਜਿਹੜੀ ਤੁਸੀਂ ਗੱਲ ਕਹੀ, ਅਸੀਂ ਤਾਂ ਵੋਟ ਹੀ ਨਹੀਂ ਪਾਉਣ ਜਾਂਦੇ। ਹੁਣ ਮੈਂ ਕਿਹਾ ਪਰਸੋਂ 26 ਨੂੰ ਟੋਰਾਂਟੋ ਦੇ ਇਲੈਕਸ਼ਨਸ ਨੇ। ਹਾਂਜੀ, ਆਈ ਬੈਟ ਯੂ ਕਿ ਮੈਨੂੰ ਲੱਗਦਾ 30% ਤੋਂ ਵੀ ਵੱਧ ਵੋਟਾਂ ਪੈ ਜਾਣ, 30 ਜਾਂ 35% ਮੈਕਸੀਮਮ। ਜੇ ਤੁਸੀਂ 65% ਲੋਕ ਵੋਟ ਹੀ ਨਹੀਂ ਪਾਉਣ ਚਾਹੁੰਦੇ ਅਤੇ ਕੱਲ੍ਹ ਨੂੰ ਜੇ ਤੁਹਾਡਾ ਉੱਤੇ, ਔਰ ਦੇਖੋ ਮਿਊਨਸੀਪਲ ਇਲੈਕਸ਼ਨਸ ਹਾਲਾਂਕਿ ਇੰਨੀ ਵੱਡੀ ਪ੍ਰਾਇਓਰਟੀ ਨਹੀਂ ਹੈ, ਬਟ ਸਟਿਲ ਤੁਹਾਡੀ ਜਿਹੜੀ ਤੁਹਾਡਾ ਪ੍ਰੋਪਰਟੀ ਟੈਕਸ ਉਹਦੇ ਨਾਲ ਹੀ ਹੈ, ਜਿਹੜੀਆਂ ਤੁਹਾਡੀਆਂ ਜਿਹੜੀ ਸਿਟੀ ਦੀ ਸੁਵਿਧਾ ਨੇ, ਸਰਵਿਸਿਜ਼ ਨੇ, ਉਹ ਤਾਂ ਉਹਦੇ ਨਾਲ ਹੀ ਨੇ। ਪ੍ਰੋਪਰਟੀ ਟੈਕਸ ਤੁਹਾਡਾ ਉਹਦੇ ਨਾਲ ਹੀ ਹੈ। ਅਤੇ ਫਿਰ ਕੱਲ੍ਹ ਨੂੰ ਤੁਹਾਡਾ ਪ੍ਰੋਪਰਟੀ ਟੈਕਸ ਵੱਧ ਜਾਂਦਾ, ਫਿਰ ਤੁਸੀਂ ਕਹਿੰਦੇ ਜੀ ਇਹਨੇ ਆਹ ਕਰਤਾ, ਉਹਨੇ ਉਹ ਕਰਤਾ, ਅਤੇ ਵੋਟ 'ਤੇ ਪਾਉਣ ਨਹੀਂ ਚਾਹੁੰਦਾ ਜੀ। ਬਿਲਕੁਲ। ਅਤੇ ਇੱਕ ਜਿਹੜਾ ਕਮੈਂਟ ਹੋਰ ਜਿਹੜਾ ਇੰਪੋਰਟੈਂਟ ਹੈ, ਮੈਂ ਸਮਝਦਾ ਇਸ ਮਾਮਲੇ 'ਚ, ਜਿਹੜਾ ਆਪਾਂ ਟੈਕਸ ਵਾਲੀ ਡਿਬੇਟ ਕਰ ਰਹੇ ਹਾਂ ਜੀ, ਕਿ ਕੁਛ ਲੋਕਾਂ ਦਾ, ਜਿਵੇਂ ਰਣਜਿੰਦਰ ਕੌਰ ਦਾ ਮੈਂ ਦੇਖ ਰਿਹਾ ਸ਼ਾਇਦ ਕਮੈਂਟ, ਕੁਛ ਹੋਰਾਂ ਦਾ ਵੀ ਹੈ, ਵੀ ਲੋਕ ਬਹੁਤ ਸਾਰੇ ਕੈਸ਼ 'ਤੇ ਕੰਮ ਕਰਦੇ ਨੇ ਜਿਹੜੇ, ਉਹ ਤਾਂ ਚਾਰੇ ਪਾਸਿਓਂ ਲੁੱਟ ਰਹੇ ਨੇ। ਹਾਂ, ਉਹ ਗਲਤ ਹੈ ਸਰ, ਉਹ ਤਾਂ ਬਿਲਕੁਲ ਗੈਰ ਕਾਨੂੰਨੀ ਹੈ, ਵਿਚ ਇਜ਼ ਇਲੀਗਲ ਤੇ ਸਰ ਇਲੀਗਲ ਹੀ ਹੈ ਉਹ। ਚਾਹੇ ਤੁਸੀਂ ਬੀਇੰਗ ਐਮਪਲੋਈ ਕਰਦੇ ਆ ਜਾਂ ਐਜ਼ ਅ ਸੈਲਫ ਇੰਪਲੋਇਡ ਕਰਦੇ ਹੋ, ਤਾਂ ਹੋਣਾ ਹੀ ਨਹੀਂ ਚਾਹੀਦਾ। ਮਤਲਬ ਕੈਸ਼ ਇੱਕ ਸੈਕਸ਼ਨ ਪੈਦਾ ਹੋ ਗਿਆ ਜਿਹੜਾ ਟੈਕਸ 'ਤੇ, ਮਤਲਬ ਕੈਸ਼ 'ਤੇ ਕੰਮ ਕਰਦਾ, ਪਰ ਜਿਹੜੇ ਵੈਲਫੇਅਰ ਦੇ ਸਾਰੇ ਜਿਹੜੇ ਬੈਨੀਫਿਟ ਨੇ ਲੈਂਦੇ ਨੇ, ਬੱਚਿਆਂ ਦੇ ਜਿਹੜੇ ਚਾਈਲਡ ਬੈਨੀਫਿਟ ਵੀ ਉਹਨਾਂ ਦਾ ਵੱਧ ਹੁੰਦਾ,
ਬਾਕੀ ਵੀ ਉਹ ਹਰ ਸਹੂਲਤ ਲੈਂਦਾ ਤੇ ਕੈਸ਼ 'ਤੇ ਕੰਮ ਵੀ ਕਰਦਾ। ਤੇ ਦੂਜੇ ਪਾਸੇ ਜਿਹੜਾ ਬੰਦਾ ਜ਼ਿਆਦਾ ਕੰਮ ਕਰੇਗਾ, ਜਿਹਦੀ ਸੈਲਰੀ ਅੱਛੀ ਹੋਊਗੀ, ਉਹਦਾ ਚਾਈਲਡ ਬੈਨੀਫਿਟ ਵੀ ਘੱਟ ਜਾਂਦਾ ਹੈ, ਉਹਦੇ ਬਾਕੀ ਖਰਚੇ ਵੀ ਵੱਧ ਜਾਂਦੇ ਨੇ, ਉਹਦੀ ਟੈਕਸ ਇਨਕਮ ਟੈਕਸ ਵੀ ਵੱਧ ਜਾਂਦਾ, ਉਹਨੂੰ ਇਉਂ ਲੱਗਦਾ ਕਿ ਮੈਂ ਲਗਾਤਾਰ ਘਾਟੇ 'ਚ ਹਾਂ। ਸੋ ਇਹ ਵੀ ਇੱਕ ਇਹੋ ਜਿਹੀਆਂ ਚੀਜ਼ਾਂ ਵੀ ਨੇ ਜਿਹੜੀਆਂ ਕੈਨੇਡੀਅਨ ਦੇ ਮਨਾਂ 'ਚ ਆਪਣੇ ਟੈਕਸ ਸਿਸਟਮ ਨੂੰ ਲੈ ਕੇ ਕਈ ਵਾਰ ਸ਼ੰਕੇ ਪੈਦਾ ਕਰਦੀਆਂ। ਬਿਲਕੁਲ ਸਰ, ਇਹ ਜਿਹੜੀ ਤੁਸੀਂ ਗੱਲ ਕਹੀ ਵੀ ਕੈਸ਼ 'ਤੇ, ਹੁਣ ਤੁਸੀਂ ਮੈਂ ਦੱਸ ਦਿੰਦਾ ਤੁਹਾਨੂੰ ਜੀ, ਆਹ ਜਿੰਨਾ ਵੀ ਇਹ ਰੈਨੋਵੇਸ਼ਨ ਇੰਡਸਟਰੀ ਹੈ, ਆਈ ਥਿੰਕ ਜਿਹੜੀ ਮੈਨੂੰ ਬਾਕੀਆਂ ਦਾ ਤਾਂ ਪਤਾ ਨਹੀਂ, ਸਾਡੇ ਭਾਈਚਾਰੇ ਦੇ ਅੰਦਰ ਮੋਰ ਦੈਨ 50-60% ਐਟਲੀਸਟ, ਬੜਾ ਕੰਜ਼ਰਵੇਟਿਵ ਨੰਬਰ ਦੱਸ ਰਿਹਾ, ਇਹ ਕੈਸ਼ 'ਤੇ ਹੀ ਕੰਮ ਕਰ ਦਿੰਦੇ। ਅਤੇ ਫਿਰ ਸੋ ਟੈਕਸ ਦੀ ਚੋਰੀ ਤਾਂ ਹੋ ਗਈ ਨਾ। ਜਿਹੜਾ ਰੈਨੋਵੇਸ਼ਨ ਵਰਕਰ ਹੈ ਉਹ ਵੀ ਪੇ ਨਹੀਂ ਕਰ ਰਿਹਾ ਟੈਕਸ, ਜਿਹੜੀਆਂ ਤੁਸੀਂ ਗੁੱਡਸ ਲਈਆਂ ਉਹਦੇ 'ਤੇ ਵੀ ਟੈਕਸ ਨਹੀਂ ਪੇ ਕਰ ਰਹੇ, GST ਵੀ ਨਹੀਂ ਪੇ ਕਰ ਰਹੇ, ਸੇਲਸ ਟੈਕਸ ਵੀ ਨਹੀਂ ਪੇ ਕਰ ਰਹੇ। ਔਰ ਜਿਹੜਾ ਬੰਦਾ ਤੁਹਾਡੇ ਕੋਲ ਰੈਨੋਵੇਸ਼ਨ ਵਰਕਰ ਆਉਂਦਾ, ਨਾ ਉਹਦੇ ਕੋਲ ਆਪਣੀ ਕੋਈ ਲਾਇਬਿਲਿਟੀ ਇੰਸ਼ੋਰੈਂਸ ਹੁੰਦੀ ਹੈ, ਕੋਈ ਗਾਰੰਟੀ ਵੀ ਨਹੀਂ ਹੈਗੀ ਹੈ। ਤੁਸੀਂ ਆਪ ਜੇ ਕੰਮ ਕਰਨਾ ਸਹੀ ਤਰੀਕੇ ਨਾਲ ਕਰਨਾ, ਪ੍ਰੋਪਰ ਤੁਸੀਂ ਕੰਟਰੈਕਟ ਸਾਈਨ ਕਰੋ, ਉਹਨੂੰ ਕਹੋ ਵੀ ਕਿੰਨੇ ਦਾ ਤੂੰ ਦੇਂਗਾ, ਤੂੰ ਲਗਾ ਲਾ GST ਜਿੰਨਾ ਲਗਾਉਣਾ, ਉਹਦੀ ਗਾਰੰਟੀ ਹੋਊਗੀ। ਉਹ ਤੋਂ ਹੀ ਅੱਧੇ ਬੰਦੇ ਭੱਜ ਜਾਣਗੇ, ਫਿਰ ਤੁਹਾਨੂੰ ਵੀ ਲੱਗਦਾ ਵੀ ਮੈਂ 14%, ਉਹਨੇ ਤੁਹਾਨੂੰ 2 ਅਲੱਗ-ਅਲੱਗ ਕੋਟੇਸ਼ਨਾਂ ਦੇਣੀਆਂ, ਅਤੇ ਫਿਰ ਉਹ 'ਚ ਆਪ ਵੀ ਤੁਸੀਂ ਭਾਗੀਦਾਰ ਬਣਦੇ ਆ। ਜਦੋਂ ਤੁਹਾਨੂੰ ਕੋਈ ਬੰਦਾ ਕਹਿੰਦਾ ਜੀ ਮੈਂ ਜੇ ਕੈਸ਼ ਦਿਓਗੇ ਅਤੇ ਮੈਂ 40,000 'ਤੇ ਕਰ ਦਿਆਂਗਾ, ਜੇ ਤੁਸੀਂ ਆਪਣਾ ਉਹ ਇਨਵਾਇਸ ਲੈਣੀ ਹੈ ਅਤੇ ਮੈਂ 45,000 'ਤੇ ਕਰਾਂਗਾ, ਤੁਸੀਂ ਆਪ ਕਹਿੰਦੇ ਹੋ ਜੀ ਨਹੀਂ ਮੈਂ ਤਾਂ 40 ਦੇਵਾਂਗਾ, ਅਤੇ ਫਿਰ ਤੁਸੀਂ ਆਪ ਵੀ ਇਨਕਰੇਜ ਕਰ ਰਹੇ ਇਸ ਚੀਜ਼ ਨੂੰ ਸਰ। ਪਰ ਉਹਦੇ 'ਚ ਹੁਣ ਜਿਵੇਂ ਕੁਛ ਮੇਰੇ ਕੋਲ ਕੌਮੈਂਟ ਆ ਰਹੇ ਨੇ, ਹੁਣ ਆਰਗੂਮੈਂਟਸ ਇਹ ਦਿੱਤੀਆਂ ਜਾਂਦੀਆਂ ਕਿ ਅਸੀਂ ਇੰਨਾ ਟੈਕਸ, ਜਿਵੇਂ ਤੁਸੀਂ ਵੀ ਦੱਸ ਰਹੇ ਹੋ, ਪੇ ਕਰਦੇ ਹਾਂ, ਇਹਦੇ ਬਾਵਜੂਦ ਵੀ ਸਾਡੇ ਹੈਲਥ ਸਿਸਟਮ ਦਾ ਕੀ ਹਾਲ ਹੈ ਕਿ ਐਮਰਜੈਂਸੀ 'ਚ ਵੀ ਸਾਨੂੰ ਫੈਮਿਲੀ ਡਾਕਟਰ ਨਹੀਂ ਮਿਲ ਰਿਹਾ ਜੀ। ਐਮਰਜੈਂਸੀ 'ਚ ਇੰਨੇ ਘੰਟੇ ਵੇਟ ਕਰਨੀ ਪੈਂਦੀ ਹੈ। ਸਾਰਾ ਸੀਜ਼ਨ ਸੜਕਾਂ ਦੀ ਰਿਪੇਅਰ ਹੀ ਹੁੰਦੀ ਰਹਿੰਦੀ ਆ। Yeah, there's only 2 seasons. ਹਾਂਜੀ। One is winter, second is construction. ਤੇ ਫਿਰ ਮਤਲਬ ਇਹ ਕਹਿਣ ਦਾ ਮਤਲਬ ਹੈ ਵੀ ਲੋਕ ਇਹ ਸਵਾਲ ਜਿਹੜੇ ਆਪਾਂ ਜੋ ਵੀ ਕਰ ਰਹੇ ਹਾਂ, ਇਹ ਆਪਣੇ ਆਮ ਬੰਦੇ ਦੇ ਸਵਾਲ ਨੇ ਜੀ। ਬਿਲਕੁਲ ਠੀਕ ਕਹਿ ਰਹੇ ਇਸ ਕਰਕੇ ਇਹਦੇ 'ਚ ਸਾਨੂੰ ਲੱਗਦਾ ਵੀ ਫਿਰ ਹੁਣ ਅੱਗੇ ਟੈਕਸ ਅਸੀਂ ਦੇਈ ਜਾਂਦੇ ਹਾਂ, ਬਹੁਤ ਪੈਸੇ ਟੁੱਟੇ ਪਏ ਆ, ਤੇ ਇਸ ਕਰਕੇ ਹੁਣ ਜੇ ਚੋਰੀ ਵੀ ਨਾ ਕਰੀਏ ਤੇ ਫਿਰ ਬਿਲਕੁਲ ਵੀ ਕੰਮ ਨਹੀਂ ਚੱਲਣਾ। ਸੋ ਇਹ ਕਮੈਂਟ ਇਸ ਕਿਸਮ ਦੇ ਨਹੀਂ ਸਰ, ਚੋਰੀ ਕਰਨਾ ਕਿਸੇ ਵੀ ਪਾਸੋਂ ਲੈਜੀਟੀਮੇਟ ਨਹੀਂ ਹੋ ਸਕਦਾ, ਉਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ। ਯੂ ਹੈਵ ਟੂ ਲਿਵ ਬਾਈ ਦ ਲੈਂਡ ਆਫ ਦ ਲਾਅ, ਵਟਐਵਰ ਇਟ ਇਜ਼। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਜਾਂ ਤਾਂ 2-3 ਮਹੀਨੇ ਪਹਿਲਾਂ ਤੁਹਾਨੂੰ ਦੱਸਿਆ ਸੀ, ਮੈਂ ਆਈ ਵਾਜ਼ ਲੁਕਿੰਗ ਫॉर ਏ ਕਲੀਨਰ ਨਹੀਂ ਮਿਲਦੇ ਸੀ, ਕਹਿੰਦੇ ਸੀ ਕੈਸ਼ 'ਤੇ ਮਿਲਦੇ, ਕਹਿੰਦੇ ਆਈ ਡੋਂਟ ਨੀਡ ਆਈ ਵਾਂਟ ਅ ਪਰਸਨ ਕਿ ਮੈਨੂੰ ਇਨਵਾਇਸ ਦਿਓ, ਆਪਣਾ ਲੈ ਲਓ। ਅਤੇ ਉਹੀ ਚੀਜ਼ ਸਰ ਇਹਦੇ 'ਚ ਹੈਗੀ ਹੈ। ਅਨਫੋਰਚੂਨੇਟਲੀ ਦੁਨੀਆ ਤੋਂ ਤਰ੍ਹਾਂ ਦੇ ਕੰਟਰੀਜ਼ ਤੋਂ ਲੋਕ ਆਏ ਨੇ, ਕੋਈ ਨੋ ਟੈਕਸ ਕੰਟਰੀ ਤੋਂ ਆਇਆ, ਕੋਈ ਕਹਿ ਲਓ ਹਾਈ ਟੈਕਸ ਕੰਟਰੀ ਤੋਂ ਆਇਆ, ਕੋਈ ਇਹੋ ਜਿਹੇ ਕੰਟਰੀ ਤੋਂ ਆਇਆ ਜਿੱਥੇ ਕਿ ਟੈਕਸ ਬਾਰੇ ਪਤਾ ਹੀ ਨਹੀਂ ਹੈ। ਚੋਰੀ ਉੱਥੇ ਇੰਨੀ ਚੋਰੀ ਕਰਦੇ ਆ ਟੈਕਸ ਦੀ, ਅਤੇ ਉਹ ਹੁਣ ਤੁਸੀਂ ਬੰਦੇ ਬਣਾਉਣੇ ਆ ਸਰ ਇੱਥੇ, ਫਿਰ ਟਾਈਮ ਤਾਂ ਲੱਗਦਾ ਆ ਉਹਨੂੰ। ਔਰ ਆਪੇ ਤਾਂ ਅਸਲੀ ਗੱਲ ਤਾਂ ਇਹ ਗੱਲ ਹੈ ਕਿ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਏ ਜੀ, ਅਤੇ ਸਰਵਿਸਿਜ਼ ਠੀਕ ਹੋਣ। ਜਿਹੜਾ ਟੈਕਸ, ਲੋਕਾਂ ਦਾ ਟੈਕਸ ਪੇਅਰ ਦਾ ਪੈਸਾ ਹੈ, ਉਹ ਸਰਕਾਰਾਂ ਵਾਈਜ਼ਲੀ ਸਪੈਂਡ ਕਰਨ, ਅਤੇ ਜਿਹੜੇ ਵੋਟ ਪਾਉਣ ਵਾਲੇ ਨੇ ਉਹ ਵੀ ਪੋਲੀਟੀਸ਼ੀਅਨ ਤੋਂ ਫ੍ਰੀ ਚੀਜ਼ਾਂ ਲੈ ਕੇ ਖੁਸ਼ ਨਾ ਹੋਣ, ਕਿਉਂਕਿ ਫ੍ਰੀ ਨਹੀਂ ਹੈ ਕੁਛ ਵੀ। ਉਹ ਤੁਹਾਡਾ ਹੀ ਪੈਸਾ ਤੁਹਾਨੂੰ ਦੇਈ ਜਾ ਰਹੇ ਨੇ, ਬਲਕਿ ਤੁਹਾਡਾ ਪੈਸਾ ਉਜਾੜ ਰਹੇ ਨੇ। ਬਲਕਿ ਤੁਸੀਂ ਦੇਖੋ ਨਾ, ਅਕਾਊਂਟੇਬਲ ਬਣਾਓ। ਤੁਸੀਂ ਇਹ ਦੇਖੋ ਵੀ ਤੁਹਾਡੇ ਕੋਲ ਉਹ ਜਿਸ ਤੁਸੀਂ ਪਰਪਸ ਲਈ ਜਿਹੜੇ ਤੁਹਾਨੂੰ ਵਾਅਦੇ ਕਰਦੇ ਆ ਵੀ ਅਸੀਂ ਆਹ ਕਰਾਂਗੇ ਉਹ ਕਰਾਂਗੇ, ਕਰਦੇ ਵੀ ਹੈਗੇ ਕਿ ਨਹੀਂ ਕਰਦੇ? ਕਿਵੇਂ ਜੁਮਲੇ ਹੀ ਛੱਡ ਕੇ ਤੁਹਾਨੂੰ ਮਤਲਬ ਜੁਮਲੇ ਸੁਣਾ ਕੇ ਤੁਹਾਡੇ ਤੋਂ ਵੋਟਾਂ ਲੈ ਜਾਂਦੇ ਆ। ਦੈਟ ਯੂ ਹੈਵ ਟੂ ਮੇਕ ਇਟ ਯੋਰ ਸਿਸਟਮ ਮੋਰ ਅਕਾਊਂਟੇਬਲ। ਉਹ ਪਾਰਟਿਸਪੇਸ਼ਨ ਦੇ ਨਾਲ ਹੀ ਹੈ ਸਰ, ਐਂਡ ਪਾਰਟਿਸਪੇਸ਼ਨ ਇਲੈਕਟਰਲ ਸਿਸਟਮ। ਔਰ ਫ੍ਰੀ ਚੀਜ਼ਾਂ ਤੇ ਖੁਸ਼ ਹੋਣਾ ਨਹੀਂ ਛੱਡਣਾ, ਇਹ ਬਹੁਤ ਜ਼ਰੂਰੀ ਹੈ। ਯੈਸ, ਕਿਉਂਕਿ ਫ੍ਰੀ ਕੁਛ ਹੈ ਨਹੀਂ, ਅਤੇ ਇਹ ਤੁਹਾਨੂੰ ਬੇਵਕੂਫ ਬਣਾਉਣ ਦਾ ਇੱਕ ਤਰੀਕਾ ਪੋਲੀਟੀਸ਼ੀਅਨਾਂ ਦਾ, ਕਿ ਮੈਂ ਤੁਹਾਨੂੰ ਆਹ ਬੈਨੀਫਿਟ ਵਧਾਤਾ, ਤੁਹਾਨੂੰ ਆਹ ਫ੍ਰੀ ਚੀਜ਼ ਦੇਤੀ ਆ। ਫੰਡਿੰਗ ਦਿੰਦੇ ਨੇ, ਕਾਹਦੇ ਵਾਸਤੇ ਫੰਡਿੰਗ ਹੁੰਦੀ ਹੈ? ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨਾਂ ਨੂੰ। ਉਹ ਕਿੱਦਾਂ ਖਰਚਾ ਕਰਦੇ ਨੇ ਇਹ ਹੁਣ ਸਭ ਨੂੰ ਪਤਾ। ਉਹਦੇ ਅੰਦਰ ਵੀ ਬੜਾ ਲੂਪ ਹੋਲਸ ਹੈਗੇ ਸਰ। ਕੁਛ ਕੰਪਨੀਜ਼ ਜਿਹੜੀਆਂ, ਜਿਵੇਂ ਤੁਸੀਂ ਗੱਲ ਕਿਹਾ ਵੀ ਨਾਟ ਫॉर ਪ੍ਰੋਫਿਟ, ਇਹੋ ਜਿਹੀ ਆਰਗੇਨਾਈਜੇਸ਼ਨਸ ਹੈਗੀਆਂ ਨੇ। ਤੁਸੀਂ ਆਹ ਹੀ ਦੇਖ ਲਓ, ਚੈਰੀਟੇਬਲ। ਆਈ ਵਾਜ਼ ਰੀਅਲੀ ਸਰਪ੍ਰਾਈਜ਼ਡ। ਮੈਂ ਉਹ ਚੈਰੀਟੇਬਲ ਆਰਗੇਨਾਈਜੇਸ਼ਨ ਨਾਂ ਨਹੀਂ ਲਾਂਗਾ। ਲਾਈਕ ਆਈ ਵਾਜ਼ ਵੈਰੀ ਇੰਪ੍ਰੈਸ ਕਿ ਬੜੀ ਅੱਛੀ ਐਕਟੀਵਿਟੀ ਕਰ ਰਹੀ ਹੈ। ਐਂਡ ਆਈ ਵਾਜ਼ ਟੋਲਡ ਕਿ 90% ਆਫ ਦੀ ਜਿਹੜੀ ਡੋਨੇਸ਼ਨਸ ਆਉਂਦੀ ਆ, that is spent on the staff salaries and marketing and incentives. 10% ਤੁਹਾਡਾ ਪੈਸਾ ਰੀਅਲ ਚੈਰੀਟੇਬਲ ਕਾਜ਼ ਲਈ ਜਾਂਦਾ ਹੈ। That is wrong. It should be the other way around. ਬਈ ਤੁਹਾਡਾ ਅਸਲੀ ਪੈਸਾ ਜਿਹੜਾ ਉਹ ਚੈਰੀਟੇਬਲ ਵਾਸ ਕਰ ਜਾਣਾ ਚਾਹੀਦਾ। ਇੱਦਾਂ ਦੀਆਂ ਗੱਲਾਂ ਨੇ ਜੀ ਇਹ ਸਾਰੀਆਂ ਜੀ, ਕਿ ਜਿਹਦੇ 'ਚ ਗੱਲ ਇੱਥੇ ਆ ਕੇ ਨਿਬੜਦੀ ਹੈ ਕਿ ਹਰ ਜੇ ਸਿਟੀਜ਼ਨ ਇਹ ਸਮਝੇ, ਇਸ ਗੱਲ ਨੂੰ ਧਿਆਨ 'ਚ ਰੱਖੇ ਕਿ ਮੈਂ ਹਰ ਸਾਲ
ਇਹ ਐਵਰੇਜ ਤੁਸੀਂ ਦੱਸ ਰਹੇ ਜਿਹੜੇ ਨੰਬਰ ਤੁਸੀਂ ਸਾਰੇ ਜੀ। ਕੈਲਕੂਲੇਟ ਕਰਕੇ ਦਿੱਤੇ ਨੇ ਜੀ ਕਿ 20-25 ਹਜ਼ਾਰ ਉਹ ਡਿਫਰੈਂਟ ਤਰ੍ਹਾਂ ਦੇ ਟੈਕਸਿਸ ਦੇ ਵਿੱਚ ਦੇ ਰਿਹਾ, ਜੀ ਚਾਹੇ ਇਨਕਮ ਟੈਕਸ ਹੈ ਤਾਂ ਚਾਹੇ ਹੈ ਐਕਸਾਈਜ਼ GST, ਡਿਊਟੀ ਹੈ, GST ਹੈ, ਪ੍ਰੋਪਰਟੀ ਟੈਕਸ ਹੈ, ਫਿਊਲ ਟੈਕਸ ਹੈ, ਹੈਲਥ ਟੈਕਸ ਹੈ, ਪੇਰੋਲ ਟੈਕਸ ਹੈ, ਕਿੰਨੇ ਸਾਰੇ ਟੈਕਸ ਨੇ ਟੈਕਸ ਹੀ ਟੈਕਸ ਨੇ। ਜੀ। ਤੇ ਇਸ ਕਰਕੇ ਉਹਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਟੈਕਸ ਬਾਰੇ ਜਿਹੜਾ ਉਹਨੇ ਪੈਸਾ ਖਰਚਦਾ ਉਹਦੇ ਬਾਰੇ ਥੋੜ੍ਹਾ ਜਿਹਾ ਸਰਕਾਰਾਂ ਨੂੰ ਅਕਾਊਂਟੇਬਲ ਬਣਾਏ। ਬਣਾਉਂਦੇ ਆ ਸਰ, ਦੇਖ ਮੈਂ ਸਮਝਦਾ ਜਿੱਥੇ ਤੱਕ ਪਾਰਟਿਸਪੇਸ਼ਨ ਨਵੇਂ ਜਿਹੜੇ ਆਉਂਦੇ ਆ, ਮੈਂ ਤੁਹਾਨੂੰ ਆਪਣਾ ਦੱਸ ਦਿੰਦਾ ਜੀ, ਲਾਈਕ ਪੀਪਲ 5-7 ਸਾਲ ਤੇ ਬੰਦੇ ਨੂੰ ਰੋਜੀ ਰੋਟੀ ਦਾ ਹੀ ਫਿਕਰ ਪਿਆ ਰਹਿੰਦਾ ਸਰ, ਫਿਰ ਆਪਣੀ ਉਹ ਸਿਟੀਜ਼ਨਸ਼ਿਪ ਲੈਂਦਾ ਵਿਚਾਰਾ, ਫਿਰ ਆਸਤਾ ਉਹਦੀ ਜਿਹੜੀ ਹੈ ਉਹ ਪਾਰਟਿਸਪੇਸ਼ਨ ਜਿਹੜੀ ਹੁੰਦੀ ਆ ਇਲੈਕਟੋਰਲ ਸਿਸਟਮ ਦੇ ਅੰਦਰ ਉਹ ਵੱਧਦੀ ਹੈਗੀ ਆ, ਅਨਲੈਸ ਕਿ ਉਹ ਬੰਦੇ ਦੇ ਕੋਈ ਆਪਣੇ ਪੋਲੀਟੀਕਲ ਓਬਜੈਕਟਿਵਸ ਹੀ ਨਾ ਹੋਣ। ਅਦਰਵਾਈਜ਼ ਪੀਪਲ ਆਰ ਵੈਰੀ ਰਿਸਪਾਂਸਿਬਲ, ਬਟ ਦੇ ਵਿਲ ਬੀ ਮੋਰ ਰਿਸਪਾਂਸਿਬਲ ਇਫ ਦੇ ਵੋਟ ਜੇ ਪਾਉਂਦੇ ਆ ਤਾਂ ਜ਼ਿਆਦਾ ਰਹੋਗੇ ਸਰ। ਬਹੁਤ ਸ਼ੁਕਰੀਆ ਜੀ। ਕਈ ਸਵਾਲ ਮੇਰੇ ਕੋਲ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਅੱਜ ਦੀ ਥੋੜ੍ਹੀ ਜਿਹੀ ਡਿਸਕਸ਼ਨ ਤੋਂ ਬਾਹਰ ਵੀ ਨੇ, ਸੋ ਪਰ ਉਹਦੇ ਲਈ ਤੁਸੀਂ ਨੰਬਰ ਆਪਣਾ ਸ਼ੇਅਰ ਕਰਦੇ ਹੀ ਹੋ, ਜਿਵੇਂ ਕੋਈ ਫਾਈਨਾਂਸ ਰਿਲੇਟਡ ਤੁਹਾਡੇ। ਐਬਸੋਲੂਟਲੀ ਸਰ, ਮੈਂ ਇੰਡੀਪੈਂਡੈਂਟ ਫਾਈਨੈਂਸ਼ੀਅਲ ਐਡਵਾਈਜ਼ਰ ਹੈਗਾ। ਜੇ ਤੁਸੀਂ ਕੋਈ ਆਪਣੀ ਫਾਈਨੈਂਸ਼ੀਅਲ ਐਡਵਾਈਸ ਲੈਣਾ ਚਾਹੁੰਦੇ ਆ, ਇੰਡੀਪੈਂਡੈਂਟ ਐਡਵਾਈਸ ਲੈਣਾ ਚਾਹੁੰਦੇ ਆ, ਪੋਰਟਫੋਲੀਓ ਨੂੰ ਰਿਵਿਊ ਕਰਨਾ ਚਾਹੁੰਦੇ ਆ, ਇੰਸ਼ੋਰੈਂਸ ਆਪਣੀ ਜੇ ਤੁਸੀਂ ਬਹੁਤ ਜ਼ਿਆਦਾ ਪੇ ਕਰ ਰਹੇ ਆ ਜਾਂ ਤੁਹਾਨੂੰ ਕਲੇਮ 'ਚ ਵੀ ਕੋਈ ਦਿੱਕਤ ਆ ਰਹੀ ਹੈ, ਈਵਨ ਪੈਨਸ਼ਨ ਬੈਨੀਫਿਟਸ ਅਸੀਂ ਫ੍ਰੀ ਆਫ ਕਾਸਟ ਤੁਹਾਡੀ CPP ਦੀ ਜਾਂ 올ਡ ਏਜ ਸਿਕਿਉਰਿਟੀ ਦੀ ਜਾਂ ਗਾਰੰਟੀਡ ਇਨਕਮ ਸਪਲੀਮੈਂਟ ਦੀ ਪੈਨਸ਼ਨ ਫ੍ਰੀ ਆਫ ਕਾਸਟ ਆਪਣੇ ਆਫਿਸ 'ਚ ਭਰਦੇ ਹਾਂ। ਇੱਦਾਂ ਦੀ ਕੋਈ ਤੁਸੀਂ ਸੁਵਿਧਾ ਲੈਣੀ ਹੈ, ਤੁਸੀਂ ਇਸ ਖਿੱਤੇ ਨੂੰ ਜੁਆਇਨ ਕਰਨਾ ਚਾਹੁੰਦੇ ਆ, ਦੈਨ ਗਿਵ ਮੀ ਅ ਕਾਲ ਐਟ 416-573-4798 416-573-4798, ਪੰਜਾਬੀ 'ਚ 416-573-4798।